ਜੋ ਤੁਸੀਂ ਸਪੋਰਟ ਕੀਤੀ ਹੈ ਤੇ ਤੁਸੀਂ ਆਪਣੇ ਮੁੱਦੇ ਵੀ ਜ਼ਰੂਰ ਨਾਲ ਲੈ ਕੇ ਚੱਲੇ ਹੋਵੋਗੇ। ਸਾਰੇ ਮਸਲਿਆਂ ਦਾ ਹੱਲ ਲੱਭਣਾ ਉਹ ਇਸ ਕੰਟਰੀ ਦੀ ਗਵਰਨਮੈਂਟ ਨੂੰ ਜਿੱਥੇ ਅਸੀਂ ਵਰਤ ਸਕਦੇ ਹਾਂ, ਅਸੀਂ ਇੱਕ ਧਿਰ ਬਣਨਾ ਇੱਥੇ ਪਹਿਲਾਂ। ਸਿੱਖ ਕਾਕਸ ਜਿਹੜਾ ਬਣਿਆ, ਜਿਹਦੇ ਵਿੱਚ ਇਹ ਸਿੱਖ ਆਰਗੇਨਾਈਜੇਸ਼ਨ ਹੈ, ਸਿੱਖ ਕਾਕਸ, ਜਿਹੜੀ ਪਹਿਲੀ ਵਾਰੀ ਬੜੀ ਇੰਡੀਅਨ ਗਵਰਨਮੈਂਟ ਦੀ ਵੀ ਪੂਰਾ ਜ਼ੋਰ ਲੱਗਾ ਸੀ ਇਹ ਨਾ ਬਣ ਸਕੇ। ਜ਼ਿਆਦਾ ਕਲੋਜ਼ ਹੁੰਦੇ ਆ ਜਦੋਂ ਉਹ ਪ੍ਰੈਜ਼ੀਡੈਂਟ ਬਣ ਜਾਂਦੇ ਨੇ, ਫਿਰ ਆਪਣਾ ਮਿਲਣਾ ਸੌਖਾ ਨਹੀਂ ਹੁੰਦਾ। ਚੰਗਾ ਮਾਇਆ ਵਾ ਮੇਰੇ ਕੋਲ, ਚੰਗਾ ਮੈਂ ਇਹੋ ਹੀ ਗੱਲ ਮੈਂ ਤੁਹਾਡੇ ਕੋਲੋਂ ਘਟਾਉਣਾ ਚਾਹੁੰਦਾ। ਅਸੀਂ ਜੋ ਕਰਨਾ ਚਾਹੁੰਦੇ ਆ, ਗੇਨ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੇ। ਇਲੈਕਸ਼ਨ ਦਾ ਜਸ਼ਨ ਚੱਲ ਰਿਹਾ ਸੀ ਵਾਈਟ ਹਾਊਸ ਤੇ, ਉਹ ਉੱਥੇ ਮੈਂ ਵਿੱਚ ਸੀ, ਉਹਨਾਂ ਦੇ ਵਿੱਚ ਗਿਆ ਹੋਇਆ ਸੀ। ਮੈਂ ਸਿਰਫ ਇਸ ਕਰਕੇ ਗਿਆ ਕਿ ਉੱਥੇ ਸਾਡੀ ਪੱਗ ਦੀ ਦਸਤਾਰ ਦੀ ਪਹਿਚਾਣ ਹੋਵੇ। ਤੇ ਟਰੰਪ ਸਾਹਿਬ ਦੀਆਂ ਫੋਟੋਆਂ ਤੇ ਤਿਲਕ ਵੀ ਲਾਏ, ਹਵਨ ਕੀਤੇ, ਮੰਤਰ ਪੜ੍ਹੇ, ਤੇ ਕੀ ਗੱਲ ਉਹ ਮੰਤਰ ਕੰਮ ਨਹੀਂ ਆਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਅਸੀਂ ਇੱਕ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਹੁਣੇ ਚੋਣਾਂ ਹੋ ਕੇ ਹਟੀਆਂ, ਜਿਸ ਵਿੱਚ ਜੋ ਬਾਈਡਨ ਜੋ ਕਿ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ, ਜਿਨ੍ਹਾਂ ਦੇ ਨਾਲ ਕਮਲਾ ਹੈਰਿਸ ਜੀ ਉਹ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ। ਸੋ ਇਹ ਬਹੁਤ ਕਾਫੀ ਦਿਨ ਲੱਗੇ ਇਸ ਸਾਰੀ ਚੋਣ ਪ੍ਰਕਿਰਿਆ ਨੂੰ, ਕਿਉਂਕਿ ਕਾਫੀ ਥਾਵਾਂ ਤੇ ਵੋਟਾਂ ਦੇ ਵਿੱਚ ਬਹੁਤ ਟਾਈਮ ਲੱਗਿਆ। ਸੋ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਕਿਉਂਕਿ ਅਮਰੀਕਾ ਦੇ ਵਿੱਚ ਸਿੱਖ ਭਾਈਚਾਰਾ ਬਹੁਤ ਸੰਘਣੀ ਵਸੋਂ ਦੇ ਵਿੱਚ ਹੈ ਤੇ ਕਈਆਂ ਥਾਵਾਂ ਤੇ ਤਾਂ ਪੰਜਾਬੀ ਭਾਈਚਾਰੇ ਦਾ, ਸਿੱਖ ਭਾਈਚਾਰੇ ਦਾ ਬਹੁਤ ਵੱਡਾ ਹੋਲਡ ਹੈ। ਇਹਨਾਂ ਚੋਣਾਂ ਦੇ ਵਿੱਚ ਹਰ ਸਟੇਟ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਪੰਜਾਬੀ ਭਾਈਚਾਰੇ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਸਪੋਰਟ ਕੀਤੀ। ਜਿਨ੍ਹਾਂ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ, ਜੋ ਕਿ ਵਰਜੀਨੀਆ ਸਟੇਟ ਤੋਂ ਭਾਈ ਸਵਿੰਦਰ ਸਿੰਘ ਜੀ ਅੰਮ੍ਰਿਤਸਰ, ਭਾਈ ਬਖਸ਼ੀਸ਼ ਸਿੰਘ ਜੀ ਰੋਪੜ, ਜਿਨ੍ਹਾਂ ਨੇ ਡੈਮੋਕ੍ਰੇਟ ਪਾਰਟੀ ਨੂੰ ਆਪਣੀ ਸਪੋਰਟ ਕੀਤੀ ਅਤੇ ਅੱਜ ਉਹ ਪਾਰਟੀ ਜਿਹੜੀ ਹੈ ਵਿਨ ਕੀਤੀ ਹੈ। ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਸਾਡੇ ਨਾਲ ਇਸ ਟਾਈਮ ਹਾਜ਼ਰ ਹਨ ਭਾਈ ਸਵਿੰਦਰ ਸਿੰਘ ਜੀ ਅੰਮ੍ਰਿਤਸਰ ਤੇ ਭਾਈ ਬਖਸ਼ੀਸ਼ ਸਿੰਘ ਜੀ ਰੋਪੜ। ਆਓ ਉਹਨਾਂ ਨੂੰ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਪੰਜਾਬੀ ਵਿਰਾਸਤ USA ਤੇ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਪਲੀਜ਼ ਥੋੜਾ ਜਿਹਾ ਤੁਸੀਂ ਦੋਨੋਂ ਆਪਸ ਵਿੱਚ ਥੋੜੀ ਜਾਣਕਾਰੀ ਦਿਓ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਇੰਡੀਆ ਤੋਂ, ਤੇ ਕਦੋਂ ਤੋਂ ਇੱਥੇ ਵਸੇ ਹੋਏ ਹੋ, ਤੇ ਕਿਵੇਂ ਦੇ ਹੋਰ ਤੁਸੀਂ ਇੱਥੇ ਆਪਣੇ ਜਿਹੜੇ ਕਾਰੋਬਾਰ ਕਰਦੇ ਆ ਤੇ ਕੀ ਤੁਹਾਡਾ ਇੱਥੇ ਕਾਰੋਬਾਰ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਹਿਲੋਂ ਤੇ ਕਰੈਕਟ ਕਰਦੇ ਹਾਂ ਵੀ ਅਸੀਂ ਯੂਨਾਈਟਿਡ ਸਟੇਟਸ ਦੀ ਮੈਰੀਲੈਂਡ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਉੱਥੇ ਰਹਿੰਦੇ ਹਾਂ। ਤੇ ਵਰਜੀਨੀਆ ਸਾਡੀ ਨਾਲ ਦੀ ਸਟੇਟ ਹੈਗੀ ਆ, ਤੇ ਵਾਸ਼ਿੰਗਟਨ DC। ਸੋ ਇਹ ਈਸਟ ਕੋਸਟ ਹੀ ਵੱਜਦਾ, ਇਹ ਏਰੀਆ ਜਿਹੜਾ ਸਾਰਾ ਈਸਟ ਕੋਸਟ ਏਰੀਆ ਹੈਗਾ। ਤੇ ਦਾਸ ਸਵਿੰਦਰ ਸਿੰਘ, ਪਿੱਛੋਂ ਮੈਂ ਅੰਮ੍ਰਿਤਸਰ ਤੋਂ, ਜ਼ਿਲ੍ਹਾ ਅੰਮ੍ਰਿਤਸਰ। ਤੇ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਂ ਬਤੌਰ ਕੀਰਤਨੀਆ ਸੇਵਾ ਕਰਦਾ ਰਿਹਾ। ਤੇ ਤਕਰੀਬਨ 22 ਸਾਲ ਮੈਨੂੰ ਇਸ ਕੰਟਰੀ 'ਚ ਆਏ ਨੂੰ ਹੋ ਗਏ ਨੇ। 1998 ਦਾ ਮੈਂ ਇੱਥੇ ਹਾਂ। ਤੇ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਅਕੈਡਮੀ, ਜੋ ਕਿ ਸਿੱਖ ਮਿਊਜ਼ਿਕੋਲੋਜੀ ਦਾ ਸਕੂਲ ਹੈ, ਗੁਰਮਤਿ ਸੰਗੀਤ ਦਾ ਸਕੂਲ ਆ, ਉਹਨੂੰ ਚਲਾ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ। ਤੇ ਨਾਲ ਜੋ ਮੁੰਟਗੋਮਰੀ ਕਾਊਂਟੀ ਪਬਲਿਕ ਸਕੂਲਸ ਮੈਰੀਲੈਂਡ, ਜੋ ਕਿ ਸਾਡਾ ਲੋਕਲ ਸਕੂਲ ਡਿਸਟ੍ਰਿਕਟ ਹੈ, ਉਹਦੇ ਵਿੱਚ ਮੈਂ ਬਤੌਰ ਬੱਸ ਰਾਊਟ ਸੁਪਰਵਾਈਜ਼ਰ ਦੀ ਮੈਂ ਡਿਊਟੀ ਕਰ ਰਿਹਾ। ਤੇ ਉਹਦੇ ਵਿੱਚ ਤਕਰੀਬਨ 30+ ਇੰਪਲੋਈਜ਼ ਨੂੰ ਮੈਨੇਜ ਵੀ ਕਰਦਾ। ਸੋ ਇਹ ਮੇਰਾ ਜੋ ਰੋਟੀ ਦਾ ਕਹਿ ਲਓ ਸਾਧਨ ਹੈ ਇੱਥੇ ਇਸ ਕੰਟਰੀ ਜਾ ਕੇ। ਠੀਕ ਹੈ ਜੀ। ਤੇ ਭਾਈ ਬਖਸ਼ੀਸ਼ ਸਿੰਘ ਜੀ? ਸਰਦਾਰ ਬਖਸ਼ੀਸ਼ ਸਿੰਘ ਨਾਲ ਮੈਂ ਕੈਮਰਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਮੈਰੀਲੈਂਡ ਦਾ ਜਿਹੜਾ ਕਿ ਮੈਟਰੋਪੋਲੀਟਨ ਦਾ ਏਰੀਆ, ਮੈਰੀਲੈਂਡ ਦੇ ਏਰੀਆ ਦੇ ਵਿੱਚ ਰਹਿੰਦੇ ਹਾਂ, ਜਿਹੜੀ
ਖਾਸ ਕਰਕੇ ਡੈਮੋਕ੍ਰੇਟ ਸਟੇਟ ਗਿਣੀ ਜਾਂਦੀ ਹੈ। ਤੇ ਮੈਨੂੰ ਕੋਈ ਲਗਭਗ 50 ਸਾਲ ਹੋ ਗਏ ਜੀ, ਇੱਥੇ 70 ਦੇ ਵਿੱਚ ਆਇਆ ਸੀ ਮੈਂ। ਤੇ ਮੇਰਾ ਪਿੱਛੇ ਰੋਪੜ ਮੈਂ ਗਵਰਨਮੈਂਟ ਕਾਲਜ ਤੋਂ ਪੜ੍ਹਿਆ ਤੇ ਪਿੰਡ ਸਾਡਾ ਨੇੜੇ ਹੀ ਭੱਠਾ ਸਾਹਿਬ ਦੇ ਗੁਰਦੁਆਰਾ ਸਾਹਿਬ ਭੱਠਾ ਸਾਹਿਬ ਜਿਹੜਾ ਉਹਦੇ ਨੇੜੇ ਪੈਂਦਾ ਹੈਗਾ। ਤੇ ਇੱਥੇ ਅਪਲਾਇੰਸਿਸ ਦਾ ਬਿਜ਼ਨਸ ਜਿਹੜਾ ਮੈਂ ਪਹਿਲੇ AC 에ਅਰ ਕੰਡੀਸ਼ਨਿੰਗ ਰੈਫਰੀਜਰੇਸ਼ਨ ਦਾ ਕੰਮ ਕੀਤਾ, ਕੋਰਸਿਸ ਕੀਤੇ ਉਹਦੇ ਥੋੜ੍ਹੇ ਬਹੁਤੇ। ਤੇ ਉਸ ਤੋਂ ਬਾਅਦ ਮੈਂ 35-40 ਸਾਲ ਤੋਂ ਜਿਹੜੇ ਮੇਜਰ ਅਪਲਾਇੰਸਿਸ ਹੁੰਦੇ ਆਪਣੇ ਰੈਫਰੀਜਰੇਟਰ ਵਗੈਰਾ, ਵਾਸ਼ਰ, ਡਰਾਇਰਸ, ਉਹਨਾਂ ਦੀ ਸਰਵਿਸ, ਸੇਲਸ ਐਂਡ ਸਰਵਿਸ ਦਾ ਕੰਮ ਅਸੀਂ ਕਰ ਰਹੇ ਹਾਂ ਇੱਕ ਜਗ੍ਹਾ ਤੋਂ। ਠੀਕ ਹੈ ਜੀ। ਤੇ ਮੇਰਾ ਕੁਐਸਚਨ ਹੈਗਾ ਭਾਈ ਸੁਰਿੰਦਰ ਸਿੰਘ ਜੀ, ਤੁਸੀਂ ਮੈਰੀਲੈਂਡ ਸਟੇਟ ਤੋਂ ਇੱਕ ਬਹੁਤ ਵੱਡੀ ਸਪੋਰਟ ਕੀਤੀ ਡੈਮੋਕ੍ਰੇਟ ਪਾਰਟੀ ਨੂੰ, ਤੇ ਉਹ ਪਾਰਟੀ ਜਿੱਤੀ ਵੀ ਐ। ਤਾਂ ਤੁਹਾਨੂੰ ਵਧਾਈਆਂ ਵੀ ਸਾਰਿਆਂ ਨੂੰ, ਕਿਉਂਕਿ ਤੁਸੀਂ ਸਪੋਰਟ ਕੀਤੀ। ਤੇ ਜੋ ਬਾਈਡਨ ਜੀ ਤੇ ਕਮਲਾ ਹੈਰਿਸ ਜੀ ਕਰਮਵਾਰ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ। ਤੇ ਪੂਰੀ ਸਿੱਖ ਕੌਮ ਨੂੰ ਵਧਾਈਆਂ, ਜਿਨ੍ਹਾਂ ਨੇ ਸਪੋਰਟ ਕੀਤਾ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ, ਕਿਉਂਕਿ ਉਹ ਸਾਰਿਆਂ ਦੇ ਪ੍ਰੈਜ਼ੀਡੈਂਟ ਨੇ, ਨਾ ਕਿ ਇਕੱਲੇ ਕਿਸੇ ਇੱਕ ਫਿਰਕੇ ਦੇ। ਸੋ ਮੇਰੀ ਇਹ ਅਰਜ਼ ਹੈ, ਮੇਰਾ ਕੁਐਸਚਨ ਹੈ ਕਿ ਤੁਸੀਂ ਜਿਹੜੀ ਸਪੋਰਟ ਕੀਤੀ, ਉਹ ਸਪੋਰਟ ਕਿੱਦਾਂ ਦੀ ਸਪੋਰਟ ਸੀਗੀ ਗਰਾਊਂਡ ਤੋਂ, ਕਿ ਤੁਸੀਂ ਕੇਵਲ ਲੋਕਾਂ ਤੱਕ ਅਪਰੋਚ ਕਰਕੇ ਸਪੋਰਟ ਕੀਤੀ ਹੈ, ਜਾਂ ਤੁਸੀਂ ਮਨੀ ਦੀ ਵੀ ਸਪੋਰਟ ਕੀਤੀ ਹੈ? ਵੇਖੋ ਜੀ, ਸਪੋਰਟ ਹਰ ਤਰ੍ਹਾਂ ਦੀ, ਜਦੋਂ ਖਾਸ ਕਰਕੇ ਪੋਲੀਟੀਕਲ ਸਪੋਰਟ ਹੁੰਦੀ ਹੈ, ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਇਨਵੋਲਵ ਹੁੰਦੀਆਂ। ਉਹਦੇ ਵਿੱਚ ਪੈਸਾ ਵੀ ਇਨਵੋਲਵ ਹੁੰਦਾ ਹੈ, ਮੋਰਲ ਸਪੋਰਟ ਵੀ ਇਨਵੋਲਵ ਹੁੰਦੀ ਹੈ, ਪ੍ਰਚਾਰ ਵੀ ਹੁੰਦਾ ਹੈ, ਟਾਈਮ ਵੀ ਹੁੰਦਾ ਹੈ। ਸੋ ਸਾਰੀਆਂ ਚੀਜ਼ਾਂ ਹੀ ਮੈਂ ਕਹਾਂਗਾ ਵੀ ਸਾਰਾ ਕੁਝ ਹੀ ਕੰਟਰੀਬਿਊਟ ਅਸੀਂ ਰਲ ਕੇ ਸਾਰੀ ਜੋ ਵੀ ਡੈਮੋਕ੍ਰੇਟ ਪਾਰਟੀ ਨੂੰ ਸਾਡੇ ਸਿੱਖ ਭਰਾ ਜਾਂ ਪੰਜਾਬੀ ਭਰਾ ਸਪੋਰਟ ਕਰਨਾ ਚਾਹੁੰਦੇ ਸੀ, ਉਹਨਾਂ ਦੀ ਮਿਲਵਰਤਨ ਦੇ ਨਾਲ ਇਹ ਅਸੀਂ ਸਪੋਰਟ ਸਾਰੀ ਕੀਤੀ ਹੈ। ਜਿਹਦੇ ਵਿੱਚ ਹੋਰ ਜਿਹੜੀਆਂ ਪਾਕਿਸਤਾਨ ਦੀਆਂ ਆਰਗੇਨਾਈਜੇਸ਼ਨਸ ਵੀ ਨੇ, ਸਰਦਾਰ ਬਖਸ਼ੀਸ਼ ਸਿੰਘ ਜਿਹੜੇ ਨੇ, ਮੈਂ ਕਹਿਣਾ ਜ਼ਰੂਰੀ ਸਮਝਦਾ ਵੀ ਇਹ ਜਿਹੜੀ ਲੋਕਲ ਏਸ਼ੀਅਨ ਕਮਿਊਨਿਟੀ ਦੀ ਡੈਮੋਕ੍ਰੇਟ ਪਾਰਟੀ ਦੀ ਜੋ ਇੱਕ ਆਰਗੇਨਾਈਜੇਸ਼ਨ ਹੈ, APAD, ਉਹਦੇ co-chair ਨੇ। ਤੇ ਲਗਭਗ ਇਹਨਾਂ ਨੇ ਆਪਣਾ ਸਰਕਲ ਬਹੁਤ ਸੋਹਣਾ ਬਣਾਇਆ ਵੀ ਲੋਕਲ ਸੈਨੇਟਰਸ, ਕਾਂਗਰਸਮੈਨ ਜਾਂ ਜਿੰਨੇ ਅਫੀਸ਼ੀਅਲ ਨੇ ਕਾਊਂਟੀ ਦੇ, ਸਟੇਟ ਲੈਵਲ ਦੇ, ਉਹਨਾਂ ਨਾਲ ਤਾਲਮੇਲ ਕਾਫੀ ਸਮੇਂ ਤੋਂ ਇਹ ਰੱਖਦੇ ਰਹੇ ਨੇ। ਮੇਰਾ ਇਸ ਵਾਰੀ ਤੋਂ ਹੀ ਇਹ ਪਹਿਲਾ ਹੀ ਐਕਸਪੀਰੀਅੰਸ ਹੈ ਕਿ ਲੋਕਲ ਐਜ਼ ਏ ਸਿੱਖ ਮੈਂ ਸਮਝਦਾ ਵੀ ਜਿੱਥੇ ਸਾਨੂੰ ਸਪੋਰਟ ਕਰਨੀ ਚਾਹੀਦੀ, ਮਤਲਬ ਮੈਂ ਕੀਤੀ ਹੈ ਇਹਨਾਂ ਦੇ ਨਾਲ ਰਲ ਕੇ। ਉਹਦੇ ਵਿੱਚ ਅਸੀਂ ਦੂਸਰੀਆਂ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਕਾਰ ਰੈਲੀਜ਼ ਵੀ ਕੀਤੀਆਂ ਨੇ, ਮਤਲਬ ਪ੍ਰੋਗਰਾਮ ਵੀ ਕੀਤੇ ਨੇ, ਰਿਸੈਪਸ਼ਨਸ ਵੀ ਕੀਤੀਆਂ ਨੇ, ਫੰਡ ਰੇਜ਼ਿੰਗ ਡਿਨਰ ਵੀ ਕੀਤੇ ਆ। ਤੇ ਜੋ ਮੀਡੀਆ ਨੂੰ ਯੂਜ਼ ਕਰਕੇ ਜਿੰਨਾ ਵੀ ਅਸੀਂ ਪ੍ਰਚਾਰ ਕਰ ਸਕੇ ਉਹ ਕੀਤਾ, ਡੋਰ ਟੂ ਡੋਰ ਵੀ ਕੀਤਾ। ਮੈਂ ਲੋਕਲ ਗਵਰਨਮੈਂਟ ਨਾਲ ਜਿਹੜਾ ਐਜ਼ ਏ ਮੈਨੇਜਰ ਮੈਂ ਕੰਮ ਕਰ ਰਿਹਾ, ਤੇ ਸਾਡੀ ਯੂਨੀਅਨ ਵੀ ਜਿਹੜੀ ਆ ਲੋਕਲ 500 ਕਾਫੀ ਵੱਡੀ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਵੀ ਡੈਮੋਕ੍ਰੇਟ ਪਾਰਟੀ ਨੂੰ ਯੂਜ਼ ਕੀਤਾ। ਸੋ ਸਾਡਾ ਤਾਲਮੇਲ ਇਕੱਲਾ ਪੰਜਾਬੀ ਜਾਂ ਸਿੱਖ ਭਰਾਵਾਂ ਨਾਲ ਨਹੀਂ, ਬਲਕਿ ਹੋਰ ਵੀ ਜਿਹੜੀਆਂ ਮਿਨੋਰਿਟੀ ਕਮਿਊਨਿਟੀਜ਼ ਨੇ, ਜਿਨ੍ਹਾਂ ਵਿੱਚ ਚਾਈਨਾ ਤੋਂ ਏਸ਼ੀਅਨ ਕਮਿਊਨਿਟੀ ਕਹਿ ਲਓ, ਪਾਕਿਸਤਾਨ 'ਚ ਵੀ ਨੇ, ਅਫਗਾਨੀ ਵੀ ਨੇ, ਸਾਰਿਆਂ ਨਾਲ ਰਲ ਕੇ ਇਹ ਜਿਹੜਾ ਅਸੀਂ ਡੈਮੋਕ੍ਰੇਟ ਪਾਰਟੀ ਨੂੰ ਸਪੋਰਟ ਕੀਤਾ। ਮੇਰਾ ਅਗਲਾ ਕੁਐਸਚਨ ਹੋਏਗਾ ਭਾਈ ਬਖਸ਼ੀਸ਼ ਸਿੰਘ ਨੂੰ। ਭਾਈ ਸਾਹਿਬ ਜੀ, ਤੁਸੀਂ ਕਾਫੀ ਜ਼ਿਆਦਾ ਮਿਹਨਤ ਕੀਤੀ ਹੈ ਇਸ ਕੰਮ ਦੇ ਵਿੱਚ। ਥੋੜਾ ਜਿਹਾ ਇਹ ਦੱਸੋ ਕਿ ਤੁਸੀਂ ਕਿੰਨੇ ਦਿਨ ਪਹਿਲਾਂ ਇਹ ਜੋ ਸਾਰਾ ਤੁਸੀਂ ਆਰਗੇਨਾਈਜ਼ਰਸ ਕੀਤਾ ਹੈਗਾ ਆ, ਵੱਖ-ਵੱਖ ਕਮਿਊਨਿਟੀਆਂ ਨਾਲ ਤਾਲਮੇਲ ਕੀਤਾ ਹੋਏਗਾ, ਸੋ ਤੁਹਾਨੂੰ ਕਿੰਨੇ ਦਿਨ ਲੱਗੇ ਇਹ ਸਾਰੀ ਸਪੋਰਟ ਕਰਨ ਨੂੰ? ਤੁਸੀਂ ਕਦੋਂ ਤੋਂ ਇਹ ਸ਼ੁਰੂ ਕੀਤਾ ਸੀ? ਦੇਖੋ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈਗਾ ਕਿ ਮੇਰੇ ਕੰਟੈਕਟ ਪਹਿਲੇ ਹੀ ਸੈਨੇਟਰ ਤੇ ਕਾਂਗਰਸਮੈਨਾਂ ਨਾਲ ਹੈਗੇ ਸੀ, ਤੇ ਨਾਲ ਜਿਹੜੀ ਆਰਗੇਨਾਈਜੇਸ਼ਨ ਦਾ ਮੈਂ co-chair ਹਾਂ ਜੀ, ਉਹ ਪਿਛਲੇ ਸਾਲ ਤੋਂ ਸ਼ੁਰੂ ਸੀ, ਪਿਛਲੇ ਸਾਲ ਤੋਂ ਚੱਲ ਰਹੇ ਸੀ, ਕਿਉਂਕਿ ਉਹ ਡੈਮੋਕ੍ਰੈਟਿਕ ਪਾਰਟੀ ਨੂੰ ਅਸੀਂ ਲੀਡ ਕਰ ਰਹੇ ਸੀ। ਤੇ ਇੱਥੋਂ ਵੀ ਤੇ ਬਾਕੀ ਜਿਹੜੇ ਹੋਰ ਏਰੀਆ ਦੇ ਵਿੱਚ, ਕਿਉਂਕਿ ਜਿਹੜੀ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ, ਜਿੱਦਾਂ ਹੁਣੇ ਆਪਾਂ ਗੱਲ ਕਰ ਰਹੇ ਸੀ, ਪ੍ਰੈਜ਼ੀਡੈਂਟ ਇੱਕ ਡੈਮੋਕ੍ਰੈਟਿਕ ਜਾਂ ਰਿਪਬਲਿਕਨ ਪਾਰਟੀ ਦਾ ਹੀ ਪ੍ਰੈਜ਼ੀਡੈਂਟ ਨਹੀਂ, ਪ੍ਰੈਜ਼ੀਡੈਂਟ ਹੁੰਦਾ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਪ੍ਰੈਜ਼ੀਡੈਂਟ ਆ। ਸੋ ਪੂਰੀ ਕੰਟਰੀ ਨੂੰ ਰਿਪਰੈਜ਼ੈਂਟ ਕਰੇ। ਹਾਂਜੀ, ਸਾਰਿਆਂ ਨੂੰ ਰਿਪਰੈਜ਼ੈਂਟ ਕਰੇ, ਬਿਲਕੁਲ।
ਇਸ ਕਰਕੇ ਅਸੀਂ ਜਿਹੜੀ ਸਪੋਰਟ ਹੈ ਵਰਜੀਨੀਆ ਵਾਲਿਆਂ ਤੋਂ ਵੀ ਲਿੱਤੀ ਹੈ, ਵਰਜੀਨੀਆ ਦੇ ਗੁਰੂ ਘਰਾਂ ਤੋਂ ਵੀ, ਉਹਨਾਂ ਨੂੰ ਵੀ ਦੱਸਿਆ ਹੈਗਾ ਕਿ ਭਾਈ ਆਓ ਤੁਸੀਂ ਇਹਨਾਂ ਨੂੰ ਬਾਈਡਨ ਨੂੰ ਵੋਟ ਕਰੋ। ਬਿਲਕੁਲ ਠੀਕ ਹੈ ਕਿ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਅਸੀਂ ਰਿਪਬਲਿਕਨ ਜਿਹੜੇ ਬੰਦੇ ਸੀ ਉਹਨਾਂ ਨੂੰ ਵੀ ਅਸੀਂ ਜਾਣਦੇ ਸੀ, ਉਹਨਾਂ ਨਾਲ ਵੀ ਬੈਠ ਕੇ ਮੀਟਿੰਗਾਂ ਵੀ ਡਿਬੇਟ ਵੀ ਕੀਤੀ ਹੈਗੀ ਹੈ। ਤੇ ਨਾਲ ਅਸੀਂ ਇੱਕ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ ਵੀ ਅਸੀਂ ਚੈਨਲਾਂ ਤੇ ਜਾ ਕੇ ਇੱਕ ਐਡ ਬਣਾ ਕੇ ਇਕੱਠੀ ਜਿਹੜੀ ਕਿ ਐਡ ਵੀ ਅਸੀਂ ਰਨ ਕੀਤੀ ਹੈ। ਹੁਣ ਪਿਛਲੇ ਮਹੀਨੇ ਤੋਂ ਚੱਲ ਰਹੀ ਸੀ, ਜਿਸ ਤਰ੍ਹਾਂ ਇਹ ਤੁਹਾਡਾ PTC ਹੈਗਾ, ਜਸ ਪੰਜਾਬੀ ਹੈਗਾ, ਇਹਨਾਂ ਤੇ ਮਤਲਬ ਅਸੀਂ ਥੋੜਾ ਬਹੁਤਾ ਇਹਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਭਾਈ ਸਾਨੂੰ ਸਪੋਰਟ ਕਰੋ। ਸੋ ਟਾਈਮ ਟੂ ਟਾਈਮ ਉਹਨਾਂ ਨੇ ਵੀ ਸਾਨੂੰ ਥੋੜੀ ਬਹੁਤੀ ਸਪੋਰਟ ਕੀਤੀ ਹੈਗੀ। ਫਾਈਨੈਂਸ਼ੀਅਲੀ ਅਸੀਂ ਮੈਂ KPAD ਦੇ ਨਾਲ ਪਿਛਲੇ 20 ਸਾਲ ਤੋਂ ਉਹਨਾਂ ਦੇ ਨਾਲ ਹੈਗਾ, ਬੋਰਡ ਦਾ ਮੈਂਬਰ ਹੈ, ਤੇ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਪੈਸੇ ਵੀ ਇਕੱਠੇ ਕਰਕੇ ਦਿੱਤੇ ਹੈਗੇ ਆ। ਤੇ ਜਦ ਤੁਸੀਂ ਸਪੋਰਟ ਕੀਤੀ ਹੈ ਤੇ ਤੁਸੀਂ ਆਪਣੇ ਮੁੱਦੇ ਵੀ ਜ਼ਰੂਰ ਨਾਲ ਲੈ ਕੇ ਚੱਲੇ ਹੋਵੋਗੇ। ਥੋੜਾ ਜਿਹਾ ਇਹ ਵੀ ਚਾਨਣਾ ਪਾਓ ਕਿ ਤੁਸੀਂ ਏਸ਼ੀਅਨ ਕਮਿਊਨਿਟੀ, ਪੰਜਾਬੀ ਕਮਿਊਨਿਟੀ ਜਾਂ ਹੋਰ ਕਮਿਊਨਿਟੀਆਂ ਦੇ ਜਿਹੜੇ ਜ਼ਰੂਰੀ ਮਸਲੇ ਨੇ ਕਿ ਉਹ ਵੀ ਤੁਸੀਂ ਇਸ ਪਾਰਟੀ ਨਾਲ ਡਿਸਕਸ ਕੀਤੇ ਨੇ? ਬਿਲਕੁਲ, ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਖਾਸ ਕਰਕੇ ਜਿਹੜਾ ਇਹ ਇਸ ਵਾਰੀ ਬਾਈਡਨ ਸਾਹਿਬ ਦਾ ਚੋਣ ਜਿੱਤਣ ਦਾ ਰੀਜ਼ਨ ਮੈਂ ਇਹੀ ਸਮਝਦਾ ਕਿ ਜਿਹੜੀ ਮਿਨੋਰਟੀਜ਼ ਸੀ ਉਹ ਸਫਰ ਕਰ ਰਹੀ ਸੀ, ਮਿਨੋਰਟੀਜ਼ ਨੂੰ ਜਸਟਿਸ ਨਹੀਂ ਸੀ ਮਿਲ ਰਿਹਾ ਹੈਗਾ। ਸੋ ਹੁਣ ਮਿਨੋਰਟੀਜ਼ ਸਾਰੀਆਂ ਇਕੱਠੀਆਂ ਹੋ ਕੇ ਮੈਂ ਸਮਝਦਾ ਵੀ ਉਹਨਾਂ ਨੇ ਵੋਟ ਵੀ ਕੀਤੀ ਹੈ, ਤੇ ਅਸੀਂ ਉਹਨਾਂ ਦਾ ਮੁੱਦਾ ਜਿਹੜਾ ਹਮੇਸ਼ਾ ਹੀ ਜਿੰਨੇ ਵੀ ਜਿਸ ਵਕਤ ਸਾਡੀ ਫੰਡ ਰੇਜ਼ਿੰਗ ਹੋ ਰਹੀ ਸੀ ਉਹਦੇ ਵਿੱਚ ਮਿਨੋਰਟੀਜ਼ ਦੀ ਜਿਹੜੇ ਬੈਠੇ ਸੀ ਮੇਰੇ ਨਾਲ, ਚਾਈਨੀਜ਼ ਹੈ, ਕੋਰੀਅਨਸ ਹੈ ਤੇ ਜੈਪਨੀਜ਼ ਹੈ, ਉਹਨਾਂ ਦਾ ਜਿਹੜਾ ਮੁੱਦਾ ਸੀ ਉਹ ਇਹੀ ਸੀ ਵੀ ਜਦੋਂ ਇਹ ਬਾਈਡਨ ਸਾਹਿਬ ਆਉਣ ਜਾਂ ਸਾਡਾ ਜਿਹੜਾ ਕੋਈ ਕਾਂਗਰਸਮੈਨ ਹੈ, ਸੈਨੇਟਰ ਹੈ ਜਿਹਨੂੰ ਅਸੀਂ ਹੈਲਪ ਕਰਦੇ ਹਾਂ, ਉਹ ਸਾਡੇ ਜਿਹੜੀ ਮਿਨੋਰਟੀ ਦੇ ਬੰਦੇ ਆ ਉਹਨਾਂ ਨੂੰ ਕੀ ਉਹ ਬੰਦਿਆਂ ਨੂੰ ਅੰਦਰ ਰੱਖੂਗਾ ਜਾਂ ਉਹਨਾਂ ਨੂੰ ਕੋਈ ਸਰਵਿਸਿਜ਼ ਪ੍ਰੋਵਾਈਡ ਹੋਣਗੀਆਂ। ਬਿਲਕੁਲ ਉਹਨਾਂ ਦੇ ਨਾਲ ਅਸੀਂ ਇਹ ਡਿਸਕਸ ਕਰਦੇ ਸੀ। ਇਨਫੈਕਟ ਮੈਂ ਤੁਹਾਨੂੰ ਦੱਸਾਂ ਪਿਛਲੇ ਕਈ ਸਾਲਾਂ ਤੋਂ ਅਸੀਂ ਜਿਹੜਾ ਵੀ ਕਾਉਂਟੀ ਦਾ ਐਗਜ਼ੈਕਟਿਵ ਹੈ ਜਾਂ ਕਾਂਗਰਸਮੈਨ ਹੈ ਉਹ KPAD ਦੇ ਕੋਲ ਆਊਗਾ ਤੇ KPAD ਅਸੀਂ ਉਹਨੂੰ ਇੰਡੋਰਸ ਕਰਦੇ ਸੀ। ਜਦੋਂ ਅਸੀਂ ਇੰਡੋਰਸ ਕਰਦੇ ਹਾਂ ਤਾਂ ਦੈਟ ਮੀਨਸ ਕਿ ਉਹਦੇ ਨਾਲ ਬੈਠ ਕੇ ਮੀਟਿੰਗ ਹੁੰਦੀ ਜਿਹਦੇ ਵਿੱਚ 18-17 ਸਾਡੇ ਜਿਹੜੇ ਮੈਂਬਰ ਹੈਗੇ ਆ ਉਹ ਮਤਲਬ ਪੂਰਾ ਉਹਨੂੰ ਪੁੱਛਦੇ ਆ ਵੀ ਹਾਂ ਭਾਈ ਏਦਾਂ ਗੱਲ ਹੋਊਗੀ, ਇਹ ਤੁਸੀਂ ਸਾਡੇ ਜਿਹੜੇ ਮੁੱਦੇ ਹੈਗੇ ਉਹਨਾਂ ਨੂੰ ਤੁਸੀਂ ਉਠਾਓਗੇ ਜਾ ਕੇ ਉੱਥੇ ਕਾਂਗਰਸ ਦੇ ਕੋਲ ਜਾਂ ਸੈਨੇਟ ਦੇ ਵਿੱਚ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਅਸੀਂ ਚਾਹੁੰਦੇ ਹਾਂ ਕਿ ਮਿਨੋਰਟੀ ਦੇ ਮੁੱਦੇ ਉਠਾਏ ਜਾਣ। ਮੈਂ ਅਗਲਾ ਕੁਐਸਚਨ ਕਰਾਂਗਾ ਭਾਈ ਸੁਵਿੰਦਰ ਸਿੰਘ ਨੂੰ। ਤੇ ਭਾਈ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਠੀਕ ਆ ਤੁਸੀਂ ਇਹ ਆਪਣੇ ਮੁੱਦੇ ਸਾਰੇ ਇਕੱਠੇ ਕੀਤੇ ਆ, ਕਿਉਂਕਿ ਖਾਸ ਕਰਕੇ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨੂੰ ਹੋਰ ਬੜੇ ਵੱਡੇ ਮਸਲੇ ਇੱਥੇ ਜਿਹੜੀ ਸਿੱਖ ਆਇਡੈਂਟੀਟੀ ਦੇ ਮਸਲੇ ਨੇ ਹਜੇ ਵੀ ਉਹ ਕੋਈ ਪੂਰੇ ਨਹੀਂ ਹੋਏ, ਅਧੂਰੇ ਨੇ। ਬਹੁਤ ਥਾਵਾਂ ਤੇ ਅਜੇ ਵੀ ਮਿਸ ਆਇਡੈਂਟੀਟੀ ਹੁੰਦੀ ਹੈ, ਅਜੇ ਵੀ ਬਹੁਤ ਜ਼ਿਆਦਾ ਇੱਦਾਂ ਦੇ ਕਾਰਨਾਮੇ ਹੋ ਜਾਂਦੇ ਜਿੱਥੇ ਸਿੱਖਾਂ ਨੂੰ ਉੱਥੇ ਮਿਸ ਆਇਡੈਂਟੀਫਾਈ ਕੀਤਾ ਜਾਂਦਾ ਤੇ ਉਹਨਾਂ ਨਾਲ ਮਿਸਬਿਹੇਵ ਕੀਤਾ ਜਾਂਦਾ, ਕੁੱਟਾਂ ਮਾਰਾਂ ਕੀਤੀਆਂ ਜਾਂਦੀਆਂ ਨੇ। ਉਸ ਤੋਂ ਇਲਾਵਾ ਜਿਹੜੇ ਹੋਰ ਸਿੱਖਾਂ ਦੇ ਖਾਸ ਕਰ ਮਸਲੇ ਨੇ, ਪੰਜਾਬੀਆਂ ਦੇ ਖਾਸ ਕਰ ਮਸਲੇ ਨੇ ਜਿਹੜੇ ਇੰਡੀਆ ਦੇ ਵਿੱਚ ਵੀ ਨੇ ਤੇ ਇੱਥੇ ਵੀ ਨੇ, ਕਿ ਉਹ ਵੀ ਤੁਸੀਂ ਇਹ ਮਸਲੇ ਨਾਲ ਲੈ ਕੇ ਚੱਲ ਰਹੇ ਹੋ? ਕਿਉਂਕਿ ਤੁਸੀਂ ਸੁਣਦੇ ਹੋ ਕਿ ਸਿੱਖਸ ਫॉर ਜਸਟਿਸ ਵਾਲਿਆਂ ਨੇ ਬਹੁਤ ਵੱਡੀ ਮੁਹਿੰਮ ਚਲਾਈ ਹੋਈ ਹੈ। ਕਿ ਉਸ ਤਰ੍ਹਾਂ ਦੇ ਕੋਈ ਮੁੱਦੇ ਜਿਹੜੇ ਸਿੱਖ ਕੌਮ ਨੂੰ ਉੱਥੇ ਬਹੁਤ ਵੱਡੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਮੋਦੀ ਸਰਕਾਰ ਵੱਲੋਂ ਬਹੁਤ ਵੱਡੇ ਉੱਥੇ ਇੱਦਾਂ ਦੇ ਕੰਮ ਛੋਏ ਹੋਏ ਨੇ ਜਿਹਦੇ ਨਾਲ ਖਾਸ ਕਰਕੇ ਕਿਰਸਾਨੀ ਤੇ ਸਿੱਖ ਕਮਿਊਨਿਟੀ ਜੁੜੀ ਹੋਈ ਹੈ, ਕਿ ਇੱਦਾਂ ਦੇ ਕੋਈ ਮਸਲੇ ਤੁਹਾਡੇ ਦਿਮਾਗ ਵਿੱਚ ਜਾਂ ਮਨ ਵਿੱਚ ਹਨ ਜਿਹੜੇ ਤੁਸੀਂ ਕਰੋਗੇ? ਬਿਲਕੁਲ ਵੀਰ ਜੀ, ਇਹ ਤੇ ਪੁੱਛਣ ਵਾਲੀ ਗੱਲ ਹੀ ਨਹੀਂ। ਜਿਹੜੀ ਗੱਲ ਵੇਖੋ ਜਿਹੜੇ ਸਿੱਖ ਮਸਲੇ ਆ ਜਾਂ ਪੰਜਾਬ ਦੇ ਮਸਲੇ ਨੇ, ਸਾਡਾ ਜਿਹੜਾ ਮਦਰਲੈਂਡ ਹੈ ਉਹ ਪੰਜਾਬ ਹੈ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ, ਪਰ ਇਹ ਸਾਰੇ ਮਸਲਿਆਂ ਦਾ ਹੱਲ ਲੱਭਣਾ ਉਹ ਇਸ ਕੰਟਰੀ ਦੀ ਗਵਰਨਮੈਂਟ ਨੂੰ ਜਿੱਥੇ ਅਸੀਂ ਵਰਤ ਸਕਦੇ ਹਾਂ, ਅਸੀਂ ਇੱਕ ਧਿਰ ਬਣਨਾ ਇੱਥੇ ਪਹਿਲੋਂ। ਹਾਲੇ ਤੱਕ ਅਨਫੋਰਚੂਨੇਟਲੀ ਅਸੀਂ ਇੱਥੇ ਕੋਈ ਆਪਣੀ ਧਿਰ ਨਹੀਂ ਬਣ ਸਕੇ, ਅਸੀਂ ਕੋਈ ਆਪਣੀ ਸੋਲਿਡ ਪਛਾਣ ਨਹੀਂ ਬਣਾ ਸਕੇ, ਭਾਵੇਂ ਕਿ ਸਾਡੇ ਕੋਲ ਸਾਰੇ ਰਿਸੋਰਸਿਸ ਨੇ। ਸਾਡੇ ਲੋਕ ਜਿਹੜੇ ਨੇ ਟਰਾਂਸਪੋਰਟਰ ਨੇ, ਗੈਸ ਸਟੇਸ਼ਨਾਂ ਦੇ ਮਾਲਕ ਨੇ, ਵੱਡੇ ਵੱਡੇ ਫਾਰਮ ਓਨ ਕਰਦੇ ਆ, ਪ੍ਰੋਫੈਸ਼ਨਲ ਨੇ, ਡਾਕਟਰਸ ਨੇ, ਬਹੁਤ ਪਾਸੇ ਇਨਵੋਲਵ ਆ ਸਾਡੀ ਜਿਹੜੀ ਕਮਿਊਨਿਟੀ। ਪਰ ਕਿਸੇ ਨਾ ਕਿਸੇ ਮੈਂ ਕਹਿੰਦਾ ਕਿਤੇ ਨਾ ਕਿਤੇ ਅਸੀਂ ਫੇਲ ਆ, ਕਿਉਂਕਿ ਸਾਡੀ ਆਪਸੀ ਤਾਲਮੇਲ ਨਹੀਂ ਹੈਗਾ, ਸਾਡੇ ਆਪਸੀ ਮਤਭੇਦ ਨੇ। ਸੋ ਇਸ
ਇਲੈਕਸ਼ਨ 'ਚ ਮੈਂ ਇੱਕ ਚੀਜ਼ ਆਬਜ਼ਰਵ ਕੀਤੀ ਆ, ਉਹ ਇਹ ਆ ਵੀ ਸਾਡੇ ਜਿਹੜੇ ਨੌਜਵਾਨ ਵੀ ਆ, ਸਾਡੇ 2 ਨੌਜਵਾਨ ਨੇ, ਮੈਂ ਉਹਨਾਂ ਦੇ ਨਾਮ ਮੈਂਸ਼ਨ ਜ਼ਰੂਰ ਕਰਾਂਗਾ। ਇੱਕ ਤੇ ਹੈ ਪਵਨ ਸਿੰਘ, ਵਰਜੀਨੀਆ ਨੂੰ ਬਿਲੋਂਗ ਕਰਦੇ ਨੇ, ਉਹ ਰਿਪਬਲਿਕਨ ਪਾਰਟੀ ਨੂੰ ਬਕਾਇਦਾ ਜਿਹੜਾ ਡੈਲੀਗੇਟ ਇਲੈਕਟਡ ਹੋਏ ਨੇ, ਚੋਣਾਂ ਦੇ ਵਿੱਚ ਜਿੱਤੇ ਨੇ ਵੋਟਾਂ ਲੈ ਕੇ। ਦੂਸਰਾ ਸਾਡਾ ਬੱਚਾ ਸਾਡੇ ਹੱਥਾਂ 'ਚ ਹੀ ਵੱਡਾ ਹੋਇਆ ਮਨਸਿਮਰਨ ਸਿੰਘ, ਉਹ ਡੈਮੋਕ੍ਰੈਟ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ। ਉਹ ਵੀ ਆਪਣੀਆਂ ਇਲੈਕਸ਼ਨ ਨੂੰ ਜਿੱਤ ਕੇ ਉਹਨੇ ਵੀ ਪੋਜੀਸ਼ਨ ਹਾਸਲ ਕੀਤੀ ਹੈ, ਕਿਸੇ ਮਹਿਕਮੇ ਦਾ ਇੰਚਾਰਜ ਆ, ਮੈਨੂੰ ਐਗਜ਼ੈਕਟਲੀ ਉਹਦਾ ਨਾਮ ਨਹੀਂ ਯਾਦ, ਤੇ ਪ੍ਰਿੰਸ ਵਿਲੀਅਮ ਕਾਉਂਟੀ ਦੇ ਵਿੱਚ ਅਫੀਸ਼ੀਅਲਾਂ ਦੇ ਵਿੱਚ ਉਹਨੇ ਆਪਣਾ ਥਾਂ ਬਣਾਇਆ। ਤੀਸਰੀ ਗੱਲ ਮੈਂ ਕਰਾਂਗਾ ਸਿੱਖ ਕਾਕਸ ਜਿਹੜਾ ਬਣਿਆ, ਜਿਹਦੇ ਵਿੱਚ ਇਹ ਸਿੱਖ ਆਰਗੇਨਾਈਜੇਸ਼ਨ ਹੈ, ਸਿੱਖ ਕਾਕਸ, ਜਿਹੜੀ ਪਹਿਲੀ ਵਾਰੀ ਬੜੀ ਇੰਡੀਅਨ ਗਵਰਨਮੈਂਟ ਦੀ ਵੀ ਪੂਰਾ ਜ਼ੋਰ ਲੱਗਾ ਸੀ ਇਹ ਨਾ ਬਣ ਸਕੇ। ਮੈਂ ਉਹਦਾ ਮੈਂਬਰ ਭਾਵੇਂ ਨਹੀਂ, ਪਰ ਮੈਨੂੰ ਮੌਕਾ ਮਿਲਿਆ, ਮੈਨੂੰ ਇਨਵੀਟੇਸ਼ਨ ਸਿੱਖ ਕਾਕਸ ਵੱਲੋਂ ਆਇਆ। ਕਈ ਵਾਰੀ ਜਦੋਂ ਧਾਰਮਿਕ ਸਮਾਗਮ ਹੁੰਦੇ ਰਹੇ ਨੇ, ਮੈਂ ਵੇਖਿਆ ਵੀ ਉਹਦੇ ਵਿੱਚ ਕਾਂਗਰਸਮੈਨ ਜਿਹੜੇ ਨੇ ਉਹ ਇਸ ਕਾਕਸ ਨੂੰ ਰਿਪਰੈਜ਼ੈਂਟ ਕਰਦੇ ਨੇ, ਇਹਦੇ ਵਿੱਚ ਇਨਵੋਲਵ ਨੇ। ਸੋ ਇਹ ਵੀ ਆਰ ਜਸਟ ਇੰਚਿੰਗ ਟੂਵਰਡਸ ਆਰ ਗੋਲ, ਇਹ ਕਹਿ ਸਕਦੇ ਆਪਾਂ ਇੰਚ ਕਰਕੇ ਅੱਗੇ ਵੱਧ ਰਹੇ ਹਾਂ। ਜਿਹੜੇ ਮਸਲੇ ਨੇ ਅਸੀਂ ਉਦੋਂ ਹੀ ਸੋਲਿਡ ਤਰੀਕੇ ਨਾਲ ਜਾਂ ਸਟਰੋਂਗ ਤਰੀਕੇ ਨਾਲ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ ਵਾਈਟ ਹਾਊਸ ਵਿੱਚ ਜਾਂ ਕੈਪੀਟਲ ਹਿੱਲ ਵਿੱਚ, ਜਦੋਂ ਸਾਡੀ ਸਟਰੈਂਥ ਹੋਏਗੀ। ਉਦੋਂ ਸਿੱਖਸ ਫॉर ਜਸਟਿਸ ਵਾਲੇ ਉਹਨਾਂ ਦੀ ਵੀ ਜੋ ਵੀ ਉਹਨਾਂ ਦਾ ਮੁੱਦਾ ਉਹ ਇੰਪਲੀਮੈਂਟ ਹੋਏਗਾ, ਅਦਰਵਾਈਜ਼ ਸਾਨੂੰ ਖੁਆਰੀ ਹੁੰਦੀ ਰਹੇਗੀ। ਸੋ ਸਾਡਾ ਫੋਕਸ ਜਿਹੜਾ ਦੇਸ਼ ਪੰਜਾਬ ਵੱਲ ਵੀ ਹੋਣਾ ਚਾਹੀਦਾ, ਪਰ ਇੱਥੋਂ ਦੀ ਪੋਲਿਟਿਕਸ ਵੱਲ ਵੀ ਸਾਡਾ ਫੋਕਸ ਹੋਣਾ ਚਾਹੀਦਾ। ਭਾਵੇਂ ਅਸੀਂ ਵਾਲੰਟੀਅਰ ਹੋਈਏ, ਭਾਵੇਂ ਬੱਚੇ ਸਾਡੇ ਚੋਣ ਪ੍ਰਚਾਰ ਵਿੱਚ ਬੜੇ ਗਰਾਊਂਡ ਲੈਵਲ ਦਾ ਹੀ ਕੰਮ ਕਰਨ, ਪਰ ਸਾਡੀ ਇਨਵੋਲਵਮੈਂਟ ਹੁਣ ਤੱਕ ਬਹੁਤ ਘੱਟ ਰਹੀ ਹੈ। ਅਸੀਂ ਆਪਣੇ ਬਿਜ਼ਨੈਸਿਸ ਵੱਲ ਜ਼ਿਆਦਾ ਧਿਆਨ ਦਿੱਤਾ। ਤੁਸੀਂ ਗਰਾਊਂਡ ਲੈਵਲ ਤੋਂ ਗੱਲ ਕੀਤੀ ਹੈ, ਕਿਉਂਕਿ ਸਿੱਖ ਵੱਖ-ਵੱਖ ਨਾਵਾਂ ਨਾਲ ਚਲਾਈਆਂ ਜਾਂਦੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਹੈਗੀਆਂ ਨੇ, ਬੜੇ ਚਿਰਾਂ ਤੋਂ ਰਿਪਰੈਜ਼ੈਂਟ ਕਰਦੀਆਂ ਨੇ ਦੋਨਾਂ ਪਾਰਟੀਆਂ ਨੂੰ। ਮੇਰਾ ਕੁਐਸਚਨ ਅਗਲਾ ਇਹ ਹੈਗਾ ਕਿ ਆਪਾਂ ਕਿਤੇ ਇਹ ਤਾਂ ਨਹੀਂ ਵੀ ਆਪਾਂ ਥੋੜ੍ਹੀਆਂ ਧਿਰਾਂ ਬਣ ਕੇ ਇੱਦਾਂ ਸਪੋਰਟ ਕਰੀ ਜਾਵਾਂਗੇ ਤੇ ਉਸ ਤੋਂ ਬਾਅਦ ਗੌਰਮੈਂਟ ਬਣ ਜਾਂਦੀ ਹੈਗੀ ਹੈ, ਨਵੀਂ ਗੌਰਮੈਂਟ ਆਉਣ ਤੋਂ ਬਾਅਦ, ਕਿਉਂਕਿ ਉਹ ਚਾਂਸ ਨਹੀਂ ਬਣਦੇ ਮਿਲਦੇ ਜਿਹੜੇ ਆਪਾਂ ਵੋਟਾਂ ਦੇ ਦੌਰਾਨ ਮਿਲਦੇ ਬਣਦੇ ਨੇ, ਕਿਉਂਕਿ ਜ਼ਿਆਦਾ ਕਲੋਜ਼ ਹੁੰਦੇ ਆ। ਜਦੋਂ ਉਹ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਫਿਰ ਆਪਣਾ ਮਿਲਣਾ ਸੌਖਾ ਨਹੀਂ ਹੁੰਦਾ। ਤੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿੰਨੀਆਂ ਕੁ ਆਰਗੇਨਾਈਜੇਸ਼ਨਾਂ ਜਾਂ ਕਿੰਨੇ ਕੁ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹੋ, ਕਿ ਤਾਂ ਕਿ ਆਪਾਂ ਕੁਛ ਨਾ ਕੁਛ ਗੇਨ ਕਰ ਸਕੀਏ, ਕੁਛ ਅਚੀਵ ਕਰ ਸਕੀਏ? ਮੈਂ ਇਸ ਕੁਐਸਚਨ ਨੂੰ ਇਲੈਬੋਰੇਟ ਕਰਨ ਲਈ, ਇਹਦੇ ਆਨਸਰ ਨੂੰ ਮੈਂ ਸਰਦਾਰ ਬਖਸ਼ੀਸ਼ ਸਿੰਘ ਨੂੰ ਜ਼ਰੂਰ ਵਿੱਚ ਇਨਵੋਲਵ ਕਰਾਂਗਾ, ਪਰ ਮੈਂ ਬਿਫੋਰ ਆਈ ਗਿਵ ਦਿਸ ਸਕਰੀਨ ਟੂ ਸਰਦਾਰ ਬਖਸ਼ੀਸ਼ ਸਿੰਘ ਜੀ, ਮੈਂ ਇਹ 22 ਸਾਲ ਦਾ ਮੇਰਾ ਪਰਸਨਲ ਐਕਸਪੀਰੀਅੰਸ ਹੈ। ਮੈਂ ਇੰਡੀਆ ਤੋਂ ਕੋਈ ਪੋਲੀਟੀਸ਼ੀਅਨ ਨਹੀਂ ਆਇਆ, ਜਾਂ ਉੱਥੋਂ ਦੀ ਬੈਡ ਪੋਲੀਟਿਕਸ ਜ਼ਰੂਰ ਦੇਖੀ ਆ, ਪਰ ਜਿਹੜੀ ਇੱਕ ਚੰਗੇ ਕੰਟਰੀ ਦਾ ਸਿਵਲਾਈਜ਼ ਕੰਟਰੀ ਆ ਇਹ ਜਿੱਥੇ ਆਪਾਂ ਹੁਣ ਰਹਿੰਦੇ ਹਾਂ, ਇੱਥੇ ਮੈਂ ਜੋ ਆਬਜ਼ਰਵ ਕੀਤਾ, ਮੇਰਾ ਆਪਣਾ ਪਰਸਨਲ ਓਪੀਨੀਅਨ ਹੈ, ਐਂਡ ਮੈਂ ਐਕਸਪੈਕਟ ਨਹੀਂ ਕਰਦਾ ਵੀ ਮੇਰੀ ਗੱਲ ਨਾਲ ਹਰ ਕੋਈ ਬੰਦਾ ਸਹਿਮਤ ਹੋਵੇ। ਹੁਣ ਤੱਕ ਇੰਡੀਵਿਜੂਅਲਿਜ਼ਮ ਬਹੁਤ ਰਿਹਾ ਆਪਣੀ ਇਸ ਕਮਿਊਨਿਟੀ 'ਚ। ਇਕੱਲਾ ਤੋਂ ਇਕੱਲਾ ਬੰਦਾ ਹੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਤੇ ਕਹਿੰਦਾ ਰਿਹਾ ਵੀ ਮੈਂ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ। ਸਾਡੇ ਸ਼ਹਿਰ 'ਚ ਵੀ ਇਹ ਜਿਹੜਾ ਵਾ ਇਹ ਮਾਹੌਲ ਸੀ ਵੀ ਇੱਕੋ ਹੀ ਬੰਦਾ, ਮੰਨ ਲਓ ਵੀ ਮੈਂ ਮਲਟੀ ਮਿਲੀਅਨਰ ਬੰਦਾ, ਮੇਰੇ ਕੋਲ ਚੰਗਾ ਮਾਇਆ ਵਾ, ਮੇਰੇ ਕੋਲ ਚੰਗਾ। ਮੈਂ ਇਹੋ ਹੀ ਗੱਲ ਮੈਂ ਤੁਹਾਡੇ ਕੋਲੋਂ ਕਢਾਉਣਾ ਚਾਹੁੰਦਾ ਸੀਗਾ ਕਿ ਇੱਥੇ ਜਿਹਦੇ ਕੋਲ ਪੈਸਾ ਆ ਉਹ ਕਿਸੇ ਪਾਰਟੀ ਨੂੰ ਜਾ ਕੇ ਰਿਪਰੈਜ਼ੈਂਟ ਕਰ ਦਿੰਦਾ ਆ, ਫੋਟੋਆਂ ਲੱਗ ਜਾਂਦੀਆਂ, ਟੀਵੀ ਤੇ ਆ ਜਾਂਦਾ ਕਿ ਫਲਾਣੇ ਸਿੱਖ ਨੇ ਇੰਨੇ ਮਿਲੀਅਨ ਡਾਲਰ ਦਿੱਤਾ। ਉਹ ਡਾਲਰ ਦੇ ਕੇ ਉਸ ਤੋਂ ਬਾਅਦ ਕਦੇ ਉਹਦੀ ਕੋਈ ਇਨਵੋਲਵਮੈਂਟ ਨਹੀਂ ਦੇਖੀ ਸਿੱਖ ਕਮਿਊਨਿਟੀ ਬਾਰੇ ਜਾਂ ਹੋਰ ਕਮਿਊਨਿਟੀਆਂ ਬਾਰੇ, ਕੋਈ ਕੁਐਸਚਨ ਰੇਜ਼ ਕੀਤਾ ਹੋਵੇ। ਹੋ ਸਕਦਾ ਕਿ ਉਹਦੇ ਜ਼ਰੀਏ ਉਹਨੇ ਕੋਈ ਆਪਣਾ ਬਿਜ਼ਨਸ ਇੰਡੀਆ ਵਿੱਚ ਜ਼ਰੂਰ ਚਲਾ ਲਿਆ ਹੋਵੇਗਾ, ਪਰ ਸਾਨੂੰ ਕਦੇ ਦੇਣ ਨਹੀਂ ਮਿਲੀ ਉਹਦੀ, ਕੋਈ ਉਹਦਾ ਆਊਟਕਮ ਅਸੀਂ ਦੇਖੀ ਨਹੀਂ ਕੋਈ। ਵੇਖੋ, ਜੇ ਕਮਿਊਨਿਟੀ ਕੋਲੋਂ ਪੈਸੇ ਇਕੱਠੇ ਕਰਨੇ ਹੋਣ, ਮੈਂ ਨਾਮ ਨਹੀਂ ਲਵਾਂਗਾ, ਪਰ ਉਹਦਾ ਵਿੱਚ ਮੇਨ ਸਾਨੂੰ ਇਹ ਗੱਲ ਕਹਿਣੀ ਪੈਂਦੀ ਆ, ਜਿਹੜਾ ਵੀ ਬੰਦਾ ਇਸ ਵਿਚਾਰਧਾਰਾ ਦਾ ਮਤਲਬ ਮੁਦਈ ਹੈ, ਵੀ ਆਪਣਾ ਆਪ ਅੱਗੇ ਨੂੰ ਕਰਨ ਵਾਸਤੇ, ਮੈਂ ਹੁਣ ਉਸ ਪਾਸੇ ਨੈਗੇਟਿਵ ਨਾ ਜਾਵਾਂ, ਪਰ ਉਹ ਪਬਲਿਕ ਵਿੱਚ ਇਹੋ ਹੀ ਕਹਿੰਦਾ ਵੀ ਮੈਂ ਸਿੱਖ ਇਸ਼ੂਜ਼ ਉਠਾਵਾਂਗਾ, ਮੈਂ ਆਪਣੇ ਕਮਿਊਨਿਟੀ ਦੇ ਇਸ਼ੂਜ਼ ਉਠਾਵਾਂਗਾ, ਪਰ ਹੁੰਦਾ ਨਹੀਂ ਰਿਹਾ। ਇਸ ਇਲੈਕਸ਼ਨ ਤੋਂ, ਜਾਂ ਮੈਂ ਕਹਾਂਗਾ ਵੀ ਪਿਛਲੀ ਇਲੈਕਸ਼ਨ ਤੋਂ, ਜਿੰਨਾ ਕੁ ਮੈਂ ਅਬਜ਼ਰਵ ਕੀਤਾ, ਹੁਣ ਇੰਡੀਵਿਜੂਅਲਿਜ਼ਮ ਤੋਂ ਉੱਚੇ ਉੱਠ ਕੇ ਤੇ ਹੁਣ ਜਿਹੜਾ ਵਾ ਜਥੇਬੰਦਕ ਤੌਰ ਤੇ ਅਸੀਂ ਇਕੱਠੇ ਹੋ ਰਹੇ ਹਾਂ, ਕਿਉਂਕਿ ਵਿੱਚ ਨੌਜਵਾਨ ਇਨਵੋਲਵ ਹੋ ਰਹੇ ਨੇ,
ਆਰਗੇਨਾਈਜੇਸ਼ਨਸ ਭਾਵੇਂ ਸਾਡੀਆਂ ਵੱਡੀਆਂ ਕਾਫੀ ਨੇ, ਮੈਂ ਅਗੇਨ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਨਹੀਂ ਸਮਝਦਾ, ਪਰ ਵੱਡੇ ਲੈਵਲ ਤੇ, ਪਰ ਹੁਣ ਜਥੇਬੰਦਕ ਤੌਰ ਤੇ ਸਿੱਖ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਹੈ। ਸਾਡੇ ਵਾਸ਼ਿੰਗਟਨ ਮੈਟਰੋਪੋਲੀਟਨ ਏਰੀਆ ਦੇ ਵਿੱਚ ਵੀ 2 ਧਿਰਾਂ ਵੱਡੀਆਂ ਨੇ। ਇੱਕ ਧਿਰ ਜਿਹੜੀ ਆ ਉਹ ਡੈਮੋਕ੍ਰੇਟ ਪਾਰਟੀ ਨੂੰ ਸਪੋਰਟ ਕਰਦੀ ਰਹੀ ਆ ਖੁੱਲ੍ਹੇਆਮ। ਦੂਜੀ ਧਿਰ ਜਿਹਦੀ ਮੈਂ ਪਵਨ ਸਿੰਘ ਦਾ ਨਾਮ ਲਿਆ, ਸਰਦਾਰ ਦਵਿੰਦਰ ਸਿੰਘ ਨੇ ਵਰਜੀਨੀਆ ਤੋਂ, ਜਾਂ ਹੋਰ ਵੀ ਬਹੁਤ ਸਾਰੇ ਸੱਜਣ ਨੇ ਜਿਹੜੇ ਰਿਪਬਲਿਕਨ ਪਾਰਟੀ ਨੂੰ ਖੁੱਲ੍ਹੇਆਮ ਤੇ ਧੜੇਲੇ ਨਾਲ ਉਹਨਾਂ ਨੇ ਸਪੋਰਟ ਕੀਤੀ ਆ। ਉਹਨਾਂ ਦੀ ਵੀ ਗੱਲਬਾਤ ਸੈਨੇਟਰਸ ਨਾਲ, ਕਾਂਗਰਸਮੈਨਾਂ ਨਾਲ ਹੈਗੀ ਆ। ਸੋ ਕਹਿ ਲਓ ਵੀ ਇਹ ਸਾਡਾ ਬੇਬੀ ਸਟੈਪਸ ਨੇ ਟੂਵਰਡਸ ਆਰ ਗੋਲ। ਇਹ ਜੇ ਅਸੀਂ ਕਰਦੇ ਰਵਾਂਗੇ, ਇਨਵੋਲਵਮੈਂਟ ਹੁੰਦੀ ਰਹੇਗੀ, ਨਾਲੇ ਪਬਲਿਕ ਦਾ ਕ੍ਰਿਟਿਸਿਜ਼ਮ ਹੁੰਦਾ, ਕਿਉਂਕਿ ਇਸ ਕੰਟਰੀ ਦੀ ਬਿਊਟੀ ਇਹ ਆ ਵੀ ਜਿਹੜਾ ਬੰਦਾ ਕੰਮ ਓਨੈਸਟਲੀ ਕਰਦਾ ਤੇ ਪਬਲਿਕ ਦਾ ਕ੍ਰਿਟਿਸਿਜ਼ਮ ਵੀ ਲੈਂਦਾ, ਉਹ ਇੰਪਰੂਵ ਕਰਦਾ। ਤੇ ਇਹਦੇ ਵਿੱਚ ਪਬਲਿਕ ਦੀ, ਸਾਡੀ ਕਮਿਊਨਿਟੀ ਦੀ ਇਨਵੋਲਵਮੈਂਟ ਹੁਣ ਰਹਿਣੀ ਹੈ, ਕਿਉਂਕਿ ਉਹ ਤੋਂ ਬਿਨਾਂ ਤੁਰ ਹੀ ਨਹੀਂ ਸਕਦੇ। ਵੋਟਾਂ ਤੇ ਪਬਲਿਕ ਹੋ ਗਏ ਤੇ ਬੈਡ ਪੋਲਿਟਿਕਸ ਤੇ ਅਸੀਂ ਕਰ ਨਹੀਂ ਸਕਦੇ ਇੰਡੀਆ ਵਾਂਗੂ। ਸੋ ਕੁਝ ਜਿਹੜੀਆਂ ਚੰਗੀਆਂ ਚੀਜ਼ਾਂ ਇਹ ਕੰਟਰੀ ਨੇ ਵੀ ਸਾਨੂੰ ਦਿੱਤੀਆਂ, ਜਿਹਨੂੰ ਅਸੀਂ ਫਾਲੋ ਕਰਕੇ ਹੌਲੀ ਹੌਲੀ ਜਥੇਬੰਦਕ ਲੈਵਲ ਤੇ ਅਸੀਂ ਵੱਧ ਰਹੇ ਹਾਂ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਤੇ ਆਉਣ ਵਾਲੇ ਸਮੇਂ 'ਚ ਹੁਣ ਡੈਲੀਕੇਟ ਸਾਡੇ ਜਾਂ ਛੋਟੇ ਛੋਟੇ ਜਿਹੜੇ ਅਹੁਦੇ ਨੇ ਉਹ ਸਾਡੇ ਬੱਚਿਆਂ ਨੂੰ ਮਿਲ ਰਹੇ ਨੇ, ਤੇ ਆਉਣ ਵਾਲੇ ਸਮੇਂ 'ਚ ਵੱਧਦੇ ਹੁਣ ਤੁਸੀਂ ਦੇਖੋ, ਇਹ ਜਥੇਬੰਦਕ ਜੇ ਨਾ ਹੁੰਦੇ ਤੇ ਨਿਊ ਜਰਸੀ ਦੇ ਵਿੱਚ ਇੱਕ ਸਾਡਾ ਮੇਅਰ ਹੈ ਸਿੱਖ, ਤੇ ਅਟਾਰਨੀ ਜਨਰਲ ਵੀ ਜਿਹੜਾ ਮਿਸਟਰ ਗਰੇਵਾਲ ਜਿਹੜੇ ਨੇ ਉਹ ਸਿੱਖ। ਸੋ ਕੈਨੇਡਾ ਦੇ ਲੈਵਲ ਤੇ ਨਹੀਂ ਅਸੀਂ ਹਾਲੇ ਪਹੁੰਚੇ, ਪਰ ਜਿੰਨੀ ਸਟਰੈਂਥ ਤੇ ਜਿੰਨਾ ਪੋਟੈਂਸ਼ੀਅਲ, ਜਿੰਨੇ ਰਿਸੋਰਸਸ ਸਾਡੇ ਕੋਲ ਹੈਗੇ ਆ ਇਸ ਕੰਟਰੀ 'ਚ, ਸਿੱਖਾਂ ਕੋਲ ਖਾਸ ਕਰਕੇ, ਪੰਜਾਬੀਆਂ ਕੋਲ ਮੈਂ ਕਹਾਂਗਾ, ਤੇ ਉਹ ਅਸੀਂ ਵੀ ਬਹੁਤ ਜਲਦੀ ਹੀ ਵਾਹਿਗੁਰੂ ਮਿਹਰ ਕਰੇ ਵੀ ਆਪਣੇ ਗੋਲ ਵੱਲ ਵੱਧ ਰਹੇ ਹਾਂ। ਅਸੀਂ ਜਲਦੀ ਆਪਣੇ ਗੋਲ ਵੱਲ ਵਧਾਂਗੇ। ਤੇ ਮੈਂ ਇਹਦਾ ਛੋਟੀ ਜਿਹੀ ਬਾਈਟ ਭਾਈ ਬਖਸ਼ੀਸ਼ ਸਿੰਘ ਕੋ ਵੀ ਲੈਣਾ ਚਾਹੁੰਦਾ ਆ ਕਿ ਉਹਨਾਂ ਦੇ ਇਸ ਪੁਆਇੰਟ ਆਫ ਵਿਊ ਤੇ ਕੀ ਕਹਿਣਾ ਹੈਗਾ। ਦੇਖੋ ਭਾਈ ਸਾਹਿਬ, ਤੁਸੀਂ ਮੈਂਸ਼ਨ ਕੀਤਾ ਸੀ ਕਿ ਸਿੱਖ ਕਾਕਸ ਜਿਸ ਦਿਨ ਤੋਂ ਬਣੀ ਹੈ, ਮੈਂ ਉਹਨਾਂ ਦਾ ਬੋਰਡ ਦਾ ਮੈਂਬਰ ਰਿਹਾ, ਤੇ ਬਾਕੀ ਜਿਹੜੀਆਂ ਆਰਗੇਨਾਈਜੇਸ਼ਨਾਂ ਕੰਮ ਕਰ ਰਹੀਆਂ, ਈਸਟ ਕੋਸਟ ਕਮੇਟੀ ਹੈ, ਸੈਲਡੈਫ ਹੈ, ਜਾਂ ਯੂਨਾਈਟਿਡ ਸਿੱਖਸ ਵਾਲੇ ਹੈਗੇ ਆ, ਇਹ ਜਿਹੜੀ ਤੁਸੀਂ ਗੱਲ ਪਹਿਲੇ ਕਹਿ ਚੁੱਕੇ ਹੋ ਬਿਲਕੁਲ ਠੀਕ ਆ ਕਿ ਅਸੀਂ ਜੋ ਕਰਨਾ ਚਾਹੁੰਦੇ ਹਾਂ, ਗੇਨ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੇ, ਭਾਵੇਂ ਉਹ ਕੋਈ ਵੀ ਪ੍ਰਬੰਧਕ ਕਮੇਟੀ ਬਣੀ ਰਹੀ ਹੈਗੀ ਹੈ। ਤੇ ਇਹਦੇ ਵਿੱਚ ਕੁਝ ਸ਼ਾਰਟ ਕਮਿੰਗਸ ਸਾਡੀ ਹੈਗੀ ਹੈ, ਤੇ ਨਾਲ ਮੈਂ ਸਮਝਦਾ ਵੀ ਸਾਡਾ ਜਿਹੜਾ ਯੂਥ ਉਹ ਨਹੀਂ ਇਨਵੋਲਵ ਹੋਇਆ, ਹੁਣ ਵੀ ਉਹ ਬੜੀ ਘੱਟ ਇਨਵੋਲਵਮੈਂਟ ਰੱਖਦਾ ਹੈਗਾ। ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਜਦ ਯੂਥ ਇਨਵੋਲਵ ਹੋਵੇ, ਤੇ ਉਹਦੇ ਨਾਲ ਇਹ ਹੁੰਦਾ ਹੈ ਕਿ ਜਿਹੜੇ ਇੱਥੇ ਦੇ ਬੱਚੇ ਜੰਪਲ ਹੈਗੇ ਆ, ਉਹ ਅੱਗੇ ਜਾ ਕੇ ਆਪਣੇ ਆਪ ਨੂੰ ਠੀਕ ਤਰ੍ਹਾਂ ਆਪਣੇ ਮਤਲਬ ਸਿੱਖ ਧਰਮ ਨੂੰ ਵੀ, ਤੇ ਆਪਣੀ ਜਿਹੜੀ ਆਇਡੈਂਟੀਟੀ ਦਾ ਕੇਸ ਸਾਡਾ ਹਮੇਸ਼ਾ ਹੀ ਚੱਲਦਾ ਰਹਿੰਦਾ ਹੈਗਾ, ਜਿਹੜਾ ਪਹਿਚਾਣ ਦਾ, ਉਹਨੂੰ ਵੀ ਠੀਕ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹੈਗੇ ਆ। ਤੁਸੀਂ ਆਪਣੇ ਇੱਕ ਗੱਲ ਕੀਤੀ ਸੀ ਕੇ-ਪੈਡ ਦੀ, ਹਾਂਜੀ, ਤੇ ਮੈਂ ਉਹਦੇ ਬਾਰੇ ਪੁੱਛਣਾ ਚਾਹੂੰਗਾ ਕਿ ਤੁਸੀਂ ਇਹ ਜੋ ਆਰਗੇਨਾਈਜੇਸ਼ਨ ਬਣਾਈ ਹੈਗੀ ਆ, ਉਹਦਾ ਪੈਨਲ ਕਿੱਡਾ ਕੁ ਵੱਡਾ ਹੈ, ਕਿੰਨੇ ਕੁ ਉਹਦੇ ਵਿੱਚ ਮੈਂਬਰ ਇਨਵੋਲਵ ਨੇ, ਤੇ ਈਸਟ ਕੋਸਟ ਵਿੱਚ ਕਿਹੜੀਆਂ ਸਟੇਟਾਂ ਦੇ ਲੋਕ ਉਹਦੇ ਨਾਲ ਤਾਲੁਕਾਤ ਰੱਖਦੇ ਨੇ? ਜਿਹੜੀ ਇਹ ਕੇ-ਪੈਡ ਹੈਗੀ ਆ ਨਾ ਜੀ, ਇਸ ਦੇ ਵਿੱਚ ਕੋਈ 21 ਬੰਦੇ ਹੈਗੇ ਆ, ਜਿਹੜੇ ਕਿ ਮੋਸਟਲੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਕੋਰੀਅਨ ਤੇ ਆਪਣਾ ਇਹਦੇ ਵਿੱਚ ਚਾਈਨੀਜ਼ ਹੈਗੇ ਆ। ਉਹਦੇ ਵਿੱਚ ਜ਼ਿਆਦਾ ਮੇਨ ਜਿਹੜਾ ਰੋਲ ਹੈਗਾ ਸੂਜ਼ਨ ਲੀ, ਜੋ ਕਿ ਸਾਡੀ ਮੈਰੀਲੈਂਡ ਦੀ ਸੈਨੇਟ ਹੈਗੀ ਹੈ, ਉਹਦਾ ਹੈਗਾ। ਤੇ ਬਾਕੀ ਜਿਹੜੇ ਹੈਗੀਆਂ ਜਿਹੜੀਆਂ ਛੋਟੀਆਂ ਆਰਗੇਨਾਈਜੇਸ਼ਨਾਂ, ਜਿਸ ਤਰ੍ਹਾਂ ਅਸੀਂ ਬਿਜ਼ਨਸਮੈਨ ਆ ਜਾਂ ਹੋਰ ਬਿਜ਼ਨਸਮੈਨ ਆ ਜਿਹੜੇ ਚਾਈਨੀਜ਼, ਉਹਨਾਂ ਦਾ ਰੋਲ ਹੈਗਾ। ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਵੀ ਕਾਫੀ ਸਾਲ ਤੋਂ ਇਨਵੋਲਵ ਹੋਇਆ, ਤੇ ਹੁਣ ਮੈਂ ਆਪਣੇ ਬੇਟੇ ਨੂੰ ਵੀ ਇਨਵੋਲਵ ਕੀਤਾ ਇਸੇ ਕਰਕੇ ਉਹਦੇ ਵਿੱਚ, ਤੇ ਬੇਟੀ ਨੂੰ ਵੀ। ਬਾਕੀ ਜਿਹੜੇ ਤੁਹਾਨੂੰ ਪਤਾ ਹੀ ਹੈਗਾ ਕਿ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਮੈਂ ਬਾਰ-ਬਾਰ ਇਹੀ ਕਹਿਣਾ ਰਹਿੰਦਾ ਵੀ ਆਓ ਭਾਈ, ਬਾਹਰ ਆਓ, ਨਿਕਲੋ ਬਾਹਰ, ਤੁਸੀਂ ਇਨਵੋਲਵ ਹੋ ਕੈਪੀਟਲ ਹਿੱਲ ਤੇ। ਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈ ਕਿ ਆਈ ਡੋਂਟ ਨੋ ਕਿ ਬਿਜ਼ਨਸਾਂ ਕਰਕੇ ਜਾਂ ਆਪਣੇ ਉਹਦੇ ਕਰਕੇ ਬਾਹਰ ਨਹੀਂ ਆਉਂਦੇ, ਨਹੀਂ ਇਨਵੋਲਵ ਹੁੰਦੇ ਹੈਗੇ। ਜਿਸ ਕਿਸੇ ਨੂੰ ਵੀ ਤੁਸੀਂ ਪੁੱਛੋ ਵੀ ਆਓ ਚਲੋ ਜੀ, ਹੁਣ ਰਾਤ ਮੈਂ ਉੱਥੇ ਜਿਹੜਾ ਇਲੈਕਸ਼ਨ ਦਾ ਜਸ਼ਨ ਚੱਲ ਰਿਹਾ ਸੀ ਵਾਈਟ ਹਾਊਸ ਤੇ, ਉਹ ਉੱਥੇ ਮੈਂ ਵਿੱਚ ਸੀ, ਉਹਨਾਂ ਦੇ ਵਿੱਚ ਗਿਆ ਹੋਇਆ ਸੀ। ਮੈਂ ਸਿਰਫ ਇਸ ਕਰਕੇ ਗਿਆ ਕਿ ਉੱਥੇ ਸਾਡੀ ਪੱਗ ਦੀ, ਦਸਤਾਰ ਦੀ ਪਹਿਚਾਣ ਹੋਵੇ, ਕਿਉਂਕਿ ਸਾਨੂੰ ਜਿਹੜਾ ਅਮਰੀਕਨ ਚੈਨਲਸ ਹੈ
ਉਹ ਅਜੇ ਤੱਕ ਸਾਨੂੰ ਕਿਤੇ ਵੀ ਕੋਈ ਪਹਿਚਾਣ ਨਹੀਂ ਦਿੰਦੇ। ਭਾਵੇਂ ਅਸੀਂ ਕਿੱਡੇ ਵੱਡੇ ਨਗਰ ਕੀਰਤਨ ਅਸੀਂ ਕੱਢੇ ਹੈਗੇ ਆ ਇੱਥੇ ਵਾਸ਼ਿੰਗਟਨ ਦੀ DC ਦੀਆਂ ਸਟਰੀਟਾਂ ਤੇ, ਜਦੋਂ ਅਸੀਂ ਚੈਨਲ 5 ਨੂੰ ਪੁੱਛਦੇ ਆ, ਚੈਨਲ 7 ਨੂੰ ਪੁੱਛਦੇ ਆ, ਉਹ ਸਾਡਾ ਕੁਝ ਨਹੀਂ ਦਿਖਾਉਂਦੇ ਹੈਗੇ ਉਹਦੇ ਤੇ। ਮੈਂ ਤੁਹਾਨੂੰ ਇਹਦੇ ਨਾਲ ਦਾ ਲੱਗਦਾ ਕੁਐਸਚਨ ਪੁੱਛਣਾ ਚਾਹਾਂਗਾ, ਕਿਉਂਕਿ ਭਾਵੇਂ ਡੈਮੋਕ੍ਰੇਟ ਪਾਰਟੀ ਜਿੱਤ ਚੁੱਕੀ ਹੈ, ਥੋੜਾ ਜਿਹਾ 1 ਮਿੰਟ ਦੇ ਵਿੱਚ ਮੈਨੂੰ ਦੱਸੋ ਕਿ ਜਿਹੜੀ ਡੈਮੋਕ੍ਰੇਟ ਪਾਰਟੀ ਹੈ ਉਹਦੇ ਜਿੱਤਣ ਦੇ ਕੀ ਪੋਜ਼ਿਟਿਵ ਪੁਆਇੰਟ ਸੀਗੇ, ਤੇ ਜਿਹੜੀ ਰਿਪਬਲਿਕਨ ਪਾਰਟੀ ਜਿਹੜੀ ਹਾਰੀ ਹੈ ਉਹਦੇ ਕੀ ਨੈਗੇਟਿਵ ਪੁਆਇੰਟ ਸੀ ਜਿਨ੍ਹਾਂ ਕਰਕੇ ਉਹ ਹਾਰੇ ਨੇ? ਸਭ ਨਾਲੋਂ ਵੱਡੀ ਗੱਲ ਤੇ ਇਹ ਸੀ ਜੀ, ਮੈਂ ਸਮਝਦਾ ਵੀ ਜਿਹੜੀ ਇਹ ਇਲੈਕਸ਼ਨ ਹਿਸਟੋਰਿਕ ਇਲੈਕਸ਼ਨ ਵਿਨ ਹੋਈ ਹੈ, ਇਹਦੇ ਵਿੱਚ ਮੈਂ ਸਮਝਦਾ ਵੀ ਡੈਮੋਕ੍ਰੇਸੀ ਵਿਨ ਕੀਤੀ ਹੈ, ਹਿਸਟੋਰਿਕਲੀ ਉਹ ਵਿਨ ਕੀਤੀ ਹੈ। ਕਿਉਂਕਿ ਜਿਹੜੀ ਮਾਈਨੋਰਟੀਜ਼ ਸੀਆਂ ਉਹ ਤੇ ਮੈਂ ਤਾਂ ਸਮਝਦਾ ਵੀ ਉਹਨਾਂ ਦਾ ਗਲਾ ਘੁੱਟਿਆ ਹੋਇਆ ਸੀ, ਤੇ ਪੂਰਾ ਅਮਰੀਕਾ ਫੀਲ ਕਰ ਰਿਹਾ ਸੀ ਕਿ ਜਿੱਦਾਂ ਵੀ ਸਾਡਾ ਗਲਾ ਘੁੱਟਿਆ ਹੋਇਆ। ਤੇ ਹੁਣ ਜਦੋਂ ਇਲੈਕਸ਼ਨ ਬਾਈਡਨ ਸਾਹਿਬ ਨੇ ਜਿੱਤੀ ਹੈ ਤੇ ਉਹ ਇੱਕ ਲਖਤ ਉੱਥੇ ਚਲੇ ਗਏ। ਇਹਦਾ ਮੇਨ ਰੀਜ਼ਨ ਇਹ ਸੀ, ਮੈਂ ਅੱਗੇ ਵੀਡੀਓ ਵਿੱਚ ਵੀ ਗੱਲ ਕੀਤੀ ਸੀ, ਵੀ ਇਸ ਡਾਰਕ ਇਨ ਦ ਵਾਈਟ ਹਾਊਸ, ਡਾਰਕ ਮੀਨਸ ਅ ਡਿਕਟੇਟਰਸ਼ਿਪ ਇਨ ਦ ਵਾਈਟ ਹਾਊਸ। ਤੇ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਤੇ ਉਹ ਭੱਜ ਕੇ ਬਾਹਰ ਜਾ ਰਹੇ ਤੇ, ਕਿਉਂ ਕਿ ਹਮੇਸ਼ਾ ਹੀ ਵਾਈਟ ਹਾਊਸ ਤੋਂ ਸਾਨੂੰ ਝੂਠ ਮਿਲਿਆ, ਤੁਸੀਂ ਕੋਈ ਉਹਨਾਂ ਦੀ ਪਲੈਨਿੰਗ ਨਹੀਂ ਸੀ। ਆ ਜਿਹੜਾ ਕਰੋਨਾ ਦੀ ਚੱਲ ਰਿਹਾ ਸੀ, ਦੇਖੋ ਨਾ, ਹੁਣ ਫੌਜੀ ਜਿਹੜਾ ਹੈਗਾ ਸੀ ਵਰਲਡ ਦਾ ਫੇਮਸ ਡਾਕਟਰ ਸੀ, ਉਹਨੂੰ ਵੀ ਇਹਨਾਂ ਨੇ ਇਡੀਅਟ ਕਹਿ ਦਿੱਤਾ ਹੈਗਾ। ਇਹ ਜਿਹੜੇ ਟਰੰਪ ਸਾਹਿਬ ਸੀ, ਟਰੰਪ ਸਾਹਿਬ ਨੇ ਸਿਰਫ ਆਪਣੇ ਹੀ ਗੁਣ ਗਾਏ ਆ, ਬਾਕੀ ਕਿਸੇ ਨੂੰ ਉਹਨਾਂ ਨੇ ਅੱਗੇ ਆਉਣ ਨਹੀਂ ਦਿੱਤਾ। ਬਾਕੀ ਜਿੰਨੀਆਂ ਵੀ ਤੁਹਾਡੇ ਮੀਡੀਆ ਸੀ, ਮੀਡੀਆ ਨੂੰ ਵੀ ਦੇਖੋ ਤੁਸੀਂ ਕਿੱਦਾਂ ਉਹ ਟਰੀਟ ਕਰਦੇ ਸੀ। ਸੋ ਇਹਨਾਂ ਗੱਲਾਂ ਕਰਕੇ ਜਿਹੜਾ ਆਪਣਾ ਡੈਮੋਕ੍ਰੈਟਿਕ ਪਾਰਟੀ ਆ ਉਹ ਲੈਂਡਸਲਾਈਡ ਵਿਕਟਰੀ ਹੋਈ ਆ। ਇੰਨੀ ਵੋਟ ਹਿਸਟੋਰੀਕਲੀ ਕਦੇ ਵੀ ਹਿਸਟਰੀ ਦੇ ਵਿੱਚ ਨਹੀਂ ਆਣ ਕੇ ਲੈਂਡਸਲਾਈਡ ਵਿਕਟਰੀ ਹੋਈ ਹੈ ਡੈਮੋਕ੍ਰੇਟ ਦੀ, ਬਹੁਤ ਵਧੀਆ ਗੱਲ ਆ। ਮੈਂ ਥੋੜਾ ਜਿਹਾ ਹੁਣ ਕੁਐਸਚਨ ਨੂੰ ਘੁਮਾਊਂਗਾ ਤੇ ਮੈਂ ਕੁਐਸਚਨ ਕਰਦਾ ਭਾਈ ਸੁਰਿੰਦਰ ਸਿੰਘ ਜੀ ਨੂੰ। ਸੋ ਅਸੀਂ ਇੱਕ ਦੇਖਿਆ ਹੈ ਮੀਡੀਆ ਦੇ ਵਿੱਚ ਤੇ ਸੋਸ਼ਲ ਮੀਡੀਆ 'ਚ, ਹਾਂਜੀ, ਜਦੋਂ ਵੀ ਕੋਈ ਇੱਥੇ ਕੋਈ ਵੀ ਚੋਣ ਹੁੰਦੀ ਹੈ ਅਮਰੀਕਾ ਦੇ ਵਿੱਚ, ਕੋਈ ਵੀ ਜਦੋਂ ਇਲੈਕਸ਼ਨ ਹੁੰਦੀ ਹੈ, ਤੇ ਖਾਸ ਕਰਕੇ ਇੱਕ ਇੰਡੀਆ ਇਹੋ ਜਿਹੀ ਕੰਟਰੀ ਹੈ ਜਿਹਦਾ ਇੱਕ ਬਹੁਤ ਵੱਡਾ ਰੋਲ ਜਿਹੜਾ ਮੀਡੀਆ ਹੈ, ਨੈਸ਼ਨਲ ਮੀਡੀਆ ਜਿਹੜਾ ਆ ਉਹਦਾ ਖਾਸ ਕਰਕੇ ਇੱਥੇ ਧਿਆਨ ਰਹਿੰਦਾ ਹੈ। ਜਿਸ ਤਰ੍ਹਾਂ ਖਾਸ ਕਰਕੇ ਟਰੰਪ ਸਾਹਿਬ ਨਾਲ ਬੜਾ ਲਗਾਅ ਸੀਗਾ ਉੱਥੇ ਦਾ ਮੀਡੀਆ ਦਾ, ਤੇ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ, ਨਿਊਜ਼ ਵਿੱਚ ਵੀ ਦੇਖਿਆ ਕਿ ਪੰਡਤਾਂ ਨੇ ਬੜੇ ਵੱਡੇ ਜੱਗ ਕੀਤੇ ਉੱਥੇ, ਬਹੁਤ ਵੱਡੀਆਂ ਉਹਨਾਂ ਨੇ ਹਜੂਮ ਇਕੱਠੇ ਕਰਕੇ ਤੇ ਟਰੰਪ ਸਾਹਿਬ ਦੀਆਂ ਫੋਟੋਆਂ ਤੇ ਤਿਲਕ ਵੀ ਲਾਏ, ਹਵਨ ਕੀਤੇ, ਮੰਤਰ ਪੜ੍ਹੇ। ਤੇ ਕੀ ਗੱਲ ਉਹ ਮੰਤਰ ਕੰਮ ਨਹੀਂ ਆਏ? ਉੱਥੇ ਦੀ ਗੌਰਮੈਂਟ ਜਿਹੜੀ ਸੀ ਉਹ ਵੀ ਚਾਹੁੰਦੀ ਸੀ ਕਿ ਟਰੰਪ ਸਾਹਿਬ ਦੁਬਾਰਾ ਇੱਥੇ ਦੇ ਪ੍ਰੈਜ਼ੀਡੈਂਟ ਇਲੈਕਟ ਹੋਣ। ਕਿ ਉਹਨਾਂ ਦਾ ਕੋਈ ਖਾਸ ਲਗਾਵ ਸੀ ਜਾਂ ਕੋਈ ਅੰਦਰ ਖਾਤੇ ਕੋਈ ਗੱਲ ਇਹੋ ਜਿਹੀ ਹੈਗੀ ਸੀ ਜਿਹੜੀ ਮੋਦੀ ਸਾਹਿਬ ਨੂੰ ਟਰੰਪ ਸਾਹਿਬ ਜ਼ਿਆਦਾ ਚੰਗੇ ਲੱਗਦੇ ਸੀ? ਕਿਉਂ ਤਾਂ ਹੀ ਮੈਂ ਹਿੰਦੂ ਕਮਿਊਨਿਟੀ ਨਹੀਂ ਕਵਾਂਗਾ, ਮੈਂ ਕੁਝ ਲੋਕ ਕਵਾਂਗਾ ਜਿਹੜੇ ਬਹੁਤ ਵੱਡੇ ਹਵਨ ਜੱਗ ਕਰਦੇ ਸੀ, ਚਾਹੁੰਦੇ ਸੀ ਕਿ ਟਰੰਪ ਸਾਹਿਬ ਦੁਬਾਰਾ ਆਉਣ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਹੜੀ ਉਹ ਭਾਵਨਾ ਸੀਗੀ ਉਹਨਾਂ ਦੀ ਕਿ ਖਾਸ ਕਰਕੇ ਟਰੰਪ ਸਾਹਿਬ ਨਾਲ ਲਗਾਵ ਸੀ ਉਹਨਾਂ ਦਾ? ਵੈਲ, ਇਹ ਥੋੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਆ। ਇਹਦੇ ਕਿਸੇ ਕੌਮ ਨਾਲ, ਕਿਸੇ ਕਮਿਊਨਿਟੀ ਨਾਲ ਸੰਬੰਧਿਤ ਨਹੀਂ, ਕਿਉਂਕਿ ਜਿਹੜਾ ਪਖੰਡ ਦੇ ਕਰਮ ਕਾਂਡ ਹੈ ਉਹ ਮੁੱਢ ਕਦੀਮਾਂ ਤੋਂ ਹੀ ਹੈਗਾ। ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਹੀ ਪੜ੍ਹ ਲਓ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ ਵਾ, ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨੇ ਪਰਚਾ ਲਾਇਆ। ਜਦੋਂ ਬਾਹਮਣਾ ਨੇ ਜਾਂ ਉਦੋਂ ਦੇ ਜਿਹੜੇ ਧਰਮ ਦੇ ਠੇਕੇਦਾਰ ਸੀ, ਉਦੋਂ ਕਾਜ਼ੀਆਂ ਦੀ ਵੀ ਗੱਲ ਹੋਈ ਆ ਉੱਥੇ, ਗੁਰੂ ਨਾਨਕ ਸਾਹਿਬ ਦੀ ਹੋਈ ਆ, ਮੁੱਲਿਆਂ ਦੀ ਵੀ ਹੋਈ ਆ, ਜਿਹੜੇ ਪਖੰਡ ਨਾਲ ਲੋਕਾਂ ਨੂੰ ਉਹ ਆਂਦੇ ਸੀ ਵੀ ਜਦੋਂ ਆਜੂਗੀ ਉਹਨਾਂ ਦੀ ਮੁਗਲਾਂ ਦੀ ਫੌਜ ਤੇ ਉਹ ਮੈਂ ਇਹੋ ਜਿਹਾ ਮੰਤਰ ਪੜੂੰਗਾ ਵੀ ਫੌਜਾਂ ਅੰਨੀਆਂ ਹੋ ਜਾਣਗੀਆਂ। ਤੇ ਉਦੋਂ ਵੀ ਜੱਗ ਕੀਤੇ ਤੇ ਕਹਿੰਦੇ ਨੇ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨੇ ਪਰਚਾ ਲਾਇਆ। ਸੋ ਉਦੋਂ ਵੀ ਪਠਾਣਾ ਨੇ, ਬਾਬਰ ਨੇ ਜਦੋਂ ਹੱਲਾ ਕੀਤਾ ਤੇ ਮੁੜ ਕੇ ਗੁਰੂ ਸਾਹਿਬ ਨੇ ਤੈਕੀ ਦਰਦ ਨਾ ਆਇਆ ਸ਼ਬਦ ਵੀ ਉਚਾਰਨ ਕੀਤਾ। ਚਲੋ ਖੈਰ, ਮੈਂ ਜ਼ਿਆਦਾ ਡੀਪ ਨਾ ਜਾਵਾਂ। ਤੇ 10ਵੇਂ ਪਾਤਸ਼ਾਹ ਵੇਲੇ ਵੀ ਬੜੇ ਹਵਨ ਕੀਤੇ ਗਏ। ਪਹਿਲੀ ਲੜਾਈ ਜਿਹੜੀ ਆ ਉਹ ਪਹਾੜੀ ਰਾਜਿਆਂ ਨਾਲ ਹੋਈ ਇਸੇ ਕਰਕੇ ਸੀ ਵੀ ਉਹ ਪਖੰਡੀ ਸੀ। ਉਹ ਕਹਿੰਦੇ ਵੀ ਪੂਜਾ ਕਰੋ ਜਾਂ ਹਵਨ ਕਰੋ ਤੇ ਸਭ ਉੱਪਰੋਂ ਦੁਰਗਾ ਪ੍ਰਗਟ ਹੋ ਜਾਊਗੀ ਤੇ ਕਰ ਦੇਗੀ ਸਾਰਾ ਕੁਝ।
ਪਰ ਗੁਰੂ ਸਾਹਿਬ ਨੇ ਕਿਹਾ ਜੇ ਦੁਰਗਾ ਹੈਗੀ ਆ ਜਾਂ ਭਾਵੇਂ ਉਹਦਾ ਅਸੀਂ ਇੰਟਰਪ੍ਰੀਟੇਸ਼ਨ ਗਲਤ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹਦੇ 'ਚ ਉਹਨਾਂ ਨੇ ਤਲਵਾਰ ਨੂੰ ਕਿਹਾ ਸੀ ਇਹ ਸ਼ਮਸ਼ੀਰ ਆ, ਵੀ ਆਹ ਹੀ ਆ ਸਭ ਕੁਝ, ਇਹ ਤਾਕਤ ਆ, ਵੀ ਇਹ ਤੁਹਾਡੇ ਤੇ ਜਿਹੜੇ ਰਾਜੇ ਜਾਂ ਜਿਹੜੇ ਕਹਿ ਲਓ ਵੀ ਹੁਣ ਵੀ ਰਾਜਾ ਹੀ ਕਹਾਂਗਾ ਮੈਂ, ਜਦੋਂ ਟਰੰਪ ਸਾਹਿਬ ਜਿਨ੍ਹਾਂ ਦੀ ਗੱਲ ਚੱਲ ਰਹੀ ਹੈ, ਵੀ ਇੱਕ ਗੱਲ ਆਪਾਂ ਨੋਟਿਸ ਉਹਨਾਂ 'ਚ ਕੀਤੀ ਹੋਏਗੀ ਵੀ ਉਹਨਾਂ ਖੁਸ਼ਾਮਦ ਦੇ ਉਹ ਕਾਫੀ ਸ਼ੌਕੀਨ ਸੀ। ਉਹ ਆਪਣੀ ਤਾਰੀਫ ਵੀ ਕਰਨੋਂ ਬਾਜ਼ ਨਹੀਂ ਸੀ ਆਉਂਦੇ। ਜੇ 15 ਮਿੰਟ ਦੀ ਸਪੀਚ ਵੀ ਸੁਣੋ ਤੇ 15 ਤੋਂ 14 ਮਿੰਟ ਉਹ ਆਪਣੀ ਤਾਰੀਫ ਕਰਦੇ ਸੀ, ਮੋਦੀ ਸਾਹਿਬ ਵਾਂਗੂ ਹੀ। ਤੇ ਇਹ ਲੋਕ ਜਿਹੜੇ ਨੇ ਝੋਲੀ ਚੁੱਕ ਤੇ ਖੁਸ਼ਾਮਤੀ ਲੋਕ ਸ਼ੁਰੂ ਤੋਂ ਹੀ ਰਹੇ ਨੇ। ਉਹ ਮੁਗਲਾਂ ਦੇ ਵੀ ਝੋਲੀ ਚੁੱਕ ਰਹੇ ਨੇ, ਭਾਵੇਂ ਉਹ ਸੁੱਚਾਨੰਦ ਦੀ ਗੱਲ ਕਰ ਲਓ, ਭਾਵੇਂ ਤੁਸੀਂ ਕਈ ਇਤਿਹਾਸਕ ਪੱਖ ਫੋੜ ਲਓ, ਉਦੋਂ ਮੁਗਲਾਂ ਦੀ ਵੀ ਉਹਨਾਂ ਨੇ ਝੋਲੀ ਚੁੱਕੀ ਹੈ। ਹੁਣ ਵੀ ਉਹਨਾਂ ਨੂੰ ਟਰੰਪ ਵੀ ਉੱਦਾਂ ਦਾ ਹੀ ਨਜ਼ਰ ਆਇਆ, ਤੇ ਉਹਦੀ ਪੂਜਾ ਕਰਕੇ ਜਾਂ ਇਦਾਂ ਦੀਆਂ ਕਰਮਕਾਂਡੀ ਚੀਜ਼ਾਂ ਕਰਕੇ ਇਹ ਸਿਰਫ ਸਿਵਾਏ ਖੁਸ਼ਾਮਦ ਤੋਂ ਹੋਰ ਕੁਛ ਨਹੀਂ। ਤੇ ਮੈਂ ਨਾਲ ਲੱਗਦਾ ਕੁਐਸਚਨ ਇਹ ਵੀ ਪੁੱਛਾਂਗਾ ਵੀ ਤੁਸੀਂ ਗੱਲ ਕੀਤੀ ਹੈ ਟਰੰਪ ਸਾਹਿਬ ਵੀ ਇੱਥੇ ਕਾਫੀ ਮਿਨੋਰਟੀ ਬਾਰੇ ਉਹਨਾਂ ਨੇ ਵੀ ਕੁਝ ਕਾਫੀ ਗਲਤ ਗੱਲਾਂ ਕੀਤੀਆਂ ਸੀ। ਉਹਨਾਂ ਨੇ ਏਸ਼ੀਅਨ ਲੋਕਾਂ ਬਾਰੇ ਵੀ ਕੀਤਾ ਸੀਗਾ, ਉਹਨਾਂ ਨੇ ਜਿਹੜੇ ਮੈਕਸੀਕਨ ਕਮਿਊਨਿਟੀ ਹੈ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਮੈਂ ਇੱਥੋਂ ਸਾਰੇ ਕੱਢ ਦੇਣੇ ਆ। ਪਰ ਆਪਾਂ ਦੇਖਦੇ ਹਾਂ ਵੀ ਇੱਥੇ ਵੀ ਮਿਨੋਰਟੀ ਨਾਲ ਧੱਕਾ ਹੁੰਦਾ ਆ। ਤੇ ਨਾਲ ਦੀ ਨਾਲ ਮੈਂ ਇਹ ਕਹਿਣਾ ਚਾਹੂੰਗਾ ਜਿਹੜੀ ਕੰਟਰੀ 'ਚੋਂ ਆਪਾਂ ਆਏ ਆ ਇੰਡੀਆ ਦੇ ਵਿੱਚ, ਇਸ ਟਾਈਮ ਜਿਹੜੀ ਉੱਥੇ ਗੌਰਮੈਂਟ ਜਿਹੜੀ ਹੈਗੀ ਆ, ਹੁਣ ਜਿਹੜੀ ਗਵਰਨਮੈਂਟ ਹੈ ਉਹ ਇਸ ਟਾਈਮ ਮਿਨੋਰਟੀ ਉੱਪਰ ਬਹੁਤ ਵੱਡਾ ਧੱਕਾ ਕਰ ਰਹੀ ਹੈ। ਜਿੱਦਾਂ ਪਿਛਲੇ ਹਾਲ ਵਿੱਚ ਹੀ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਵੇਖਿਆ ਕਿ ਉੱਥੇ ਇੱਕ ਵੱਖਰੀ ਧਾਰਾ ਸੀ ਜਿਹੜੀ 300 ਖਤਮ ਕਰਕੇ ਰਾਤੋਂ ਰਾਤ ਉੱਥੇ ਹਜੇ ਤੱਕ ਕਰਫਿਊ ਚੱਲਦਾ ਪਿਆ। ਉੱਥੇ ਦੀ ਜਿਹੜੀ ਮਿਨੋਰਟੀ ਕਮਿਊਨਿਟੀ ਹੈ ਅੱਜ ਵੀ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਪਾਉਂਦੀ ਆਪਣੀ ਮਰਜ਼ੀ ਦੇ ਨਾਲ। ਤੇ ਖਾਸ ਕਰਕੇ ਹੁਣ ਜਿਹੜਾ ਬਹੁਤ ਵੱਡਾ ਜਿਹੜਾ ਐਗਰੀਕਲਚਰ ਦਾ ਇੱਕ ਬਿੱਲ ਪਾਸ ਹੋਇਆ ਜਿਹਦੇ ਵਿੱਚ ਮਿਨੋਰਟੀ ਨੂੰ ਬਹੁਤ ਲਪੇਟਿਆ ਗਿਆ। ਕੀ ਤੁਸੀਂ ਇਦਾਂ ਦੇ ਮੁੱਦੇ ਜਿਹੜੇ ਹੈ ਇੱਥੇ ਦੀ ਗਵਰਨਮੈਂਟ ਨਾਲ ਉਠਾਓਗੇ ਤਾਂ ਕਿ ਉਹ ਇੰਟਰਨੈਸ਼ਨਲ ਤੇ ਦਬਾਅ ਪਾਇਆ ਜਾ ਸਕੇ? ਜਿਹੜੀਆਂ ਮਿਨੋਰਟੀ ਦਾ ਘਾਣ ਹੁੰਦਾ, ਇਹ ਮਿਨੋਰਟੀ ਵਿੱਚ ਕੋਈ ਵੀ ਆ ਸਕਦਾ, ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ, ਸਿੱਖ ਵੀ, ਈਸਾਈ ਵੀ, ਕੋਈ ਵੀ ਹੋ ਸਕਦਾ ਹੈ। ਕੀ ਤੁਸੀਂ ਇਦਾਂ ਦੇ ਮੁੱਦੇ ਜੋ ਬਾਈਡਨ ਦੇ ਕੋਲ ਉਠਾਉਣੇ ਸ਼ੁਰੂ ਕਰੋਗੇ? ਬਿਲਕੁਲ ਜੀ, ਜਥੇਬੰਦਕ ਤੌਰ ਤੇ ਅਸੀਂ ਇਹੋ ਜਿਹੇ ਮੁੱਦੇ ਜ਼ਰੂਰ ਉਠਾਵਾਂਗੇ ਜਦੋਂ ਵੀ ਸਾਨੂੰ ਮੌਕਾ ਮਿਲਿਆ। ਤੇ ਸਾਡੀ ਪਹਿਲੀ ਕੋਸ਼ਿਸ਼ ਤੇ ਹੈਗੀ ਵੀ ਸਾਨੂੰ ਇਹ ਚਾਂਸ ਮਿਲੇ, ਸਾਡੀ ਇੰਨੀ ਕੁ ਸਟਰੈਂਥ ਹੋਵੇ ਵੀ ਕੋਈ ਵੀ ਪ੍ਰੈਜ਼ੀਡੈਂਟ ਇਸ ਕੰਟਰੀ ਦਾ ਸਾਡੀ ਗੱਲ ਨੂੰ ਸੁਣੇ। ਅਸੀਂ ਉਸ ਸੰਦਰਭ ਦੇ ਵਿੱਚ ਅਸੀਂ ਜੂਇਸ਼ ਕਮਿਊਨਿਟੀ ਨੂੰ ਆਪਣਾ ਰੋਲ ਮਾਡਲ ਸਮਝਦੇ ਹਾਂ, ਕਿਉਂਕਿ ਉਹ ਵੀ ਮਿਨੋਰਿਟੀ ਨੇ ਪਰ ਉਹਨਾਂ ਦੀ ਹਰ ਗੱਲ ਸੁਣੀ ਜਾਂਦੀ ਹੈ। ਅਸੀਂ ਉਸ ਲੈਵਲ ਤੇ ਪਹੁੰਚਾਂਗੇ ਜਿੱਥੇ ਅਸੀਂ ਟੇਬਲ ਤੇ ਬੈਠ ਕੇ ਇਹ ਜਿਹੜੀਆਂ ਗੱਲਾਂ ਸਾਰੀਆਂ ਕਰ ਸਕੀਏ, ਤੇ ਕਰਨੀਆਂ ਜਥੇਬੰਦਕ ਤੌਰ ਤੇ ਪੈਣੀਆਂ। ਕਿਉਂਕਿ ਮੈਂ ਹੁਣ ਬਹੁਤ ਸਾਰੇ ਵਿਅਕਤੀਆਂ ਦਾ ਹਲੇ ਇਸ ਇੰਟਰਵਿਊ 'ਚ ਨਾਮ ਵੀ ਨਹੀਂ ਲੈ ਸਕਣਾ, ਪਰ ਬਹੁਤ ਸਾਰੇ ਐਸੇ ਵਿਅਕਤੀ ਨੇ ਜਿਹੜੇ ਗਰਾਊਂਡ ਲੈਵਲ ਤੇ ਜਿਨ੍ਹਾਂ ਕੰਮ ਕੀਤਾ ਹੈ, ਫਾਈਨੈਂਸ਼ੀਅਲ ਸਪੋਰਟ ਕੀਤੀ ਹੈ। ਸੋ ਜਦੋਂ ਜਥੇਬੰਦਕ ਦੇ ਤੌਰ ਤੇ ਅਸੀਂ ਆਪਣੀ ਸਟਰੈਂਥ ਦਿਖਾਵਾਂਗੇ ਤੇ ਡੈਫੀਨੇਟਲੀ ਇਹੋ ਜਿਹੇ ਮੌਕੇ ਸਾਡੇ ਕੋਲ ਆਉਣਗੇ ਕਿ ਤਾਂ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰ ਸਕੀਏ, ਇਦਾਂ ਦੇ ਮੁੱਦੇ ਜਿਹੜੇ ਉਠਾ ਸਕੀਏ ਇੰਟਰਨੈਸ਼ਨਲ ਲੈਵਲ ਤੇ। ਤੁਸੀਂ ਮੁੱਦੇ ਉਠਾਉਣ ਵਾਸਤੇ ਕੀ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਅਮਰੀਕਾ ਦੇ ਵਿੱਚ, ਚਾਹੇ ਉਹ ਕੈਲੀਫੋਰਨੀਆ ਤੋਂ, ਮਿਡ ਵੈਸਟ ਤੋਂ, ਈਸਟ ਕੋਸਟ ਤੋਂ, ਕਾਫੀ ਜਥੇਬੰਦੀਆਂ ਨੇ ਜਿਨ੍ਹਾਂ ਵਿੱਚ ਯੂਨਾਈਟਿਡ ਸਿੱਖ ਹੈ, ਸਿੱਖਸ ਫॉर ਜਸਟਿਸ ਹੈ, ਜਾਂ ਹੋਰ ਇਸ ਤਰ੍ਹਾਂ ਦੀਆਂ ਕਾਫੀ ਨਾਮਵਰ ਜਥੇਬੰਦੀਆਂ ਨੇ, ਕੀ ਉਹਨਾਂ ਸਾਰੀਆਂ ਨੂੰ ਤੁਸੀਂ ਕਾਲ ਕਰੋਗੇ? ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਤੇ ਇੱਕ ਸਟਰੈਂਥ ਬਣਾ ਕੇ ਆਪਣਾ ਦਬਾਅ ਪਾਉਣ ਦੀ ਕੋਸ਼ਿਸ਼ ਕਰੋਗੇ? ਵੇਖੋ, ਪਰਸਨਲ ਲੈਵਲ ਤੇ ਮੇਰਾ ਸਿੱਖ ਕੋਲੀਸ਼ਨ ਨਾਲ ਕਾਫੀ ਕਲੋਜ਼ ਸੰਬੰਧ ਹੈ। ਯੂਨਾਈਟਿਡ ਸਿੱਖਸ ਦੇ ਨਾਲ ਮੈਂ ਵਾਲੰਟੀਅਰ ਕੀਤਾ ਹੋਇਆ, ਜਦੋਂ ਸੁਨਾਮੀ ਇੰਡੀਆ 'ਚ ਆਇਆ ਜਾਂ ਹੋਰ ਕਈ ਵਰਕਸ਼ਾਪਸ ਮੈਂ ਉਹਨਾਂ ਨਾਲ ਨੌਜਵਾਨਾਂ ਵਾਸਤੇ ਕਰਦਾ ਰਹਿਣਾ, ਹੁਣ ਵੀ ਮੇਰਾ ਉਹਨਾਂ ਨਾਲ ਤਾਲਮੇਲ ਹੈ। ਸੋ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਵੀ ਸਿੱਖੀ ਲਈ, ਸਿੱਖਾਂ ਲਈ, ਪੰਜਾਬੀ ਲਈ, ਪੰਜਾਬੀਅਤ ਲਈ ਇਸ ਕੰਟਰੀ 'ਚ ਕੰਮ ਕਰ ਰਹੀਆਂ ਨੇ, US ਵਿੱਚ ਖਾਸ ਕਰਕੇ, ਉਹਦੇ ਵਿੱਚ ਸੈਲਡੈਫ ਵੀ ਆਉਂਦਾ ਹੈ। ਉਹਨਾਂ ਨੂੰ ਵੀ ਜਦੋਂ ਵੀ ਉਹਨਾਂ ਦੀ ਫੰਡ ਰੇਜ਼ਿੰਗ ਡਿਨਰ ਹੁੰਦੀ ਆ, ਸ੍ਰੀ ਹਰਿਮੰਦਰ ਸਾਹਿਬ ਅਕੈਡਮੀ ਵੱਲੋਂ ਅਸੀਂ ਟੇਬਲ ਸਪਾਂਸਰ ਕਰਦੇ ਹਾਂ। ਯੂਨਾਈਟਿਡ ਸਿੱਖਸ ਦੀ ਜਦੋਂ ਫੰਡ ਰੇਜ਼ਿੰਗ ਡਿਨਰ ਹੁੰਦੀ ਉਦੋਂ ਵੀ ਅਸੀਂ ਟੇਬਲ ਸਪਾਂਸਰ ਕਰਦੇ ਹਾਂ। ਈਵਨ ਵਾਲੰਟੀਅਰ ਮੈਂ ਪਰਸਨਲੀ ਵੀ ਜਾਂਦਾ ਐਜ਼ ਏ ਸਿੱਖ। ਤੇ ਸਿੱਖ ਕੋਲੀਸ਼ਨ ਹੋਏ, ਕੋਈ ਵੀ ਜਥੇਬੰਦੀ ਆ ਜਿਹੜੀ ਕੌਮ ਦੀ ਗੱਲ ਕਰਦੀ ਹੈ, ਕਮਿਊਨਿਟੀ ਦੀ ਗੱਲ ਕਰਦੀ ਹੈ, ਅਸੀਂ ਉਹਨਾਂ ਦੇ ਨਾਲ ਆ। ਅਸੀਂ ਕੋਈ ਲੀਡ ਰੋਲ ਨਹੀਂ ਲੈਣਾ ਚਾਹੁੰਦੇ, ਅਸੀਂ ਮਗਰ ਲੱਗਣ ਨੂੰ ਵੀ ਤਿਆਰ ਹਾਂ। ਪਰ ਜਿਹੜਾ ਵੀ ਮਿਨੋਰਟੀ ਦੀ ਗੱਲ ਕਰਦਾ ਹੈ ਤੁਸੀਂ ਉਹਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹੋ। ਮੇਰਾ ਅਗਲਾ ਕੁਐਸਚਨ ਭਾਈ ਬਖਸ਼ੀਸ਼ ਸਿੰਘ ਨੂੰ ਹੈ ਕਿ ਹੁਣ ਜੋ ਬਾਈਡਨ ਜੀ ਇਲੈਕਟ ਹੋ ਚੁੱਕੇ ਨੇ, ਉਹਨਾਂ ਨੇ ਜਨਵਰੀ ਦੇ ਵਿੱਚ ਲਗਭਗ ਸਹੁੰ ਚੁੱਕਣੀ ਹੈ ਤੇ ਉਹ
ਅੱਗੇ ਕੰਮ ਕਰਨਾ ਸ਼ੁਰੂ ਕਰਨਗੇ, ਕਾਫੀ ਜਿਹੜੇ ਟਰੰਪ ਸਾਹਿਬ ਨੇ ਜਿਹੜੇ ਕੰਮ ਕੀਤੇ ਆ, ਹੋ ਸਕਦਾ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਆਰਡਰ ਨੇ ਉਹ ਰੀਆਰਡਰ ਹੋਣ, ਉਹ ਕੈਂਸਲ ਹੋਣ। ਮੈਂ ਤੁਹਾਡੇ ਕੋਲ ਇਹ ਜਾਂਦਾ ਜਾਂਦਾ ਹੁਣ ਕੁਐਸਚਨ ਪੁੱਛਣਾ ਚਾਹੂੰਗਾ ਕਿ ਤੁਸੀਂ ਕੀ ਪ੍ਰੋਗਰਾਮ ਲੈ ਕੇ ਅੱਗੇ ਹੁਣ ਤੁਰੋਗੇ, ਕਿਸ ਤਰ੍ਹਾਂ ਦੇ ਤੁਹਾਡੇ ਮੁੱਦੇ ਹੋਣਗੇ, ਕਿਹੜੀਆਂ ਮੁੱਖ ਗੱਲਾਂ ਜਾਂ ਕਿਹੜੇ ਮੁੱਖ ਜਿਹੜੇ ਮੁੱਦੇ ਤੁਹਾਡੇ ਕੋਲ ਹੈ ਨੇ ਜਾਂ ਆਲਰੇਡੀ ਉਲੀਕੇ ਹੋਏ ਨੇ ਜਾਂ ਤੁਸੀਂ ਉਲੀਕਣਾ ਚਾਹੁੰਦੇ ਹੋ, ਕਿਸ ਤਰੀਕੇ ਨਾਲ ਕਿਸ ਟੇਬਲ ਤੇ ਬੈਠ ਕੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲੋਗੇ ਤੇ ਸਾਰੀਆਂ ਆਰਗੇਨਾਈਜੇਸ਼ਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਉਹ ਤੁਹਾਡੇ ਆਪਣੇ ਕਿਹੜੇ ਮੁੱਦੇ ਨੇ ਜਿਹੜੇ ਇਸ ਟਾਈਮ ਜਿਹੜੀ ਡੈਮੋਕ੍ਰੇਟ ਪਾਰਟੀ ਕੋਲੋਂ ਤੁਸੀਂ ਲੱਗਦਾ ਹੈ ਕਿ ਉਹ ਹੱਲ ਕਰਵਾ ਸਕਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਬਾਈਡਨ ਸਾਹਿਬ ਨੇ 12 ਡਾਕਟਰਾਂ ਦੀ ਜਿਹੜੀ ਟਾਸਕ ਫੋਰਸ ਹੈ ਉਹਦੇ ਵਿੱਚ ਮਤਲਬ ਡਾਕਟਰ ਰੱਖੇ ਆ ਕਿ ਕਰੋਨਾ ਦਾ ਪਹਿਲਾਂ ਤਾਂ ਜਿਹੜਾ ਹੈਗਾ ਸਾਡੇ ਤੇ ਕਹਿਰ ਚੱਲ ਰਿਹਾ ਹੈਗਾ ਉਹਦੇ ਤੇ ਠੱਲ ਪਾਈ ਜਾਵੇ। ਤੇ ਦੂਜੀ ਜਿਹੜੀ ਗੱਲ ਹੈਗੀ ਹੈ, ਸਾਡਾ ਜਿਹੜਾ ਮੈਂ ਬਾਰ-ਬਾਰ ਇਹ ਕਹਿੰਦਾ ਆਇਆ ਕਿ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਜੀ, ਇਮੀਗ੍ਰੇਸ਼ਨ ਦਾ ਮਸਲਾ ਸਾਡਾ ਬਹੁਤ ਵੱਡਾ ਹੈਗਾ, ਜਿਹੜੇ ਨੂੰ ਕਿ ਉਹਨਾਂ ਨੇ H1 ਵੀਜ਼ੇ ਬੰਦ ਕਰਤੇ। ਬੱਚੇ ਜਿਹੜੇ 550 ਬੱਚਾ ਜਿਹੜਾ ਬਾਰਡਰ ਤੇ ਰੁਲ ਰਿਹਾ ਸੀ ਉਹਦੇ ਬਾਰੇ ਟਰੰਪ ਸਾਹਿਬ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਇੱਕ ਸੌਰੀ ਵੀ ਨਹੀਂ ਕਿਹਾ ਵੀ ਅਸੀਂ ਉਹਨਾਂ ਨੂੰ ਫੀਲ ਕਰਦੇ ਹਾਂ ਵੀ ਉਹ ਬੱਚੇ, ਤੇ ਉਹ ਜਿਹੜੇ ਦੂਸਰੇ ਬੰਦੇ ਆਉਂਦੀਆਂ ਫੈਮਲੀਆਂ ਆਉਂਦੀਆਂ ਤੀਆਂ ਉਹਨਾਂ ਨੂੰ ਉਹਨਾਂ ਨੇ ਚੱਕ ਕੇ ਜਹਾਜ਼ ਚੜਾਤਾ ਵਾਪਸ। ਕੋਈ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਤੂੰ ਭਾਈ ਉੱਥੋਂ ਆਇਆ ਹੈਗਾ ਪੋਲੀਟੀਕਲ ਅਸਾਈਲਮ ਫਾਈਲ ਕਰ ਲਵੇ ਜਾਂ ਕੋਈ ਹੋਰ ਉਹਨੂੰ ਮਿਲ ਜਾਵੇ, ਪਲੀ ਮਿਲ ਜਾਵੇ, ਪਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ। ਸੋ ਇਹ ਸਾਡਾ ਮਸਲਾ ਜਿਹੜਾ ਕਿ ਇਮੀਗ੍ਰੇਸ਼ਨ ਦਾ, ਸਾਡਾ ਕਿ ਮਿਨੋਰਟੀ ਦਾ ਮਸਲਾ, ਸਾਡਾ ਵੀ ਮਸਲਾ, ਹੋਰ ਜਿੰਨੀਆਂ ਵੀ ਮਿਨੋਰਟੀ ਹੈਗੀਆਂ ਉਹਨਾਂ ਦਾ ਮਸਲਾ ਹੈਗਾ। ਬਾਕੀ ਤੁਸੀਂ ਗੱਲ ਕਰ ਰਹੇ ਸੀ ਕਿ ਆਰਗੇਨਾਈਜੇਸ਼ਨਾਂ ਦੀ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵੀ ਦੇਖੋ, ਸਾਰੀਆਂ ਆਰਗੇਨਾਈਜੇਸ਼ਨਾਂ ਅੱਗੇ ਸਾਡਾ ਸਿਰ ਝੁਕਦਾ, ਸਾਡਾ ਕਿਸੇ ਨਾਲ ਟਕਰਾਓ ਨਹੀਂ ਹੈ। ਅਸੀਂ ਚਾਹੁੰਦੇ ਹਾਂ ਵੀ ਸਾਰੀਆਂ ਆਰਗੇਨਾਈਜੇਸ਼ਨਾਂ ਪਲੇਟਫਾਰਮ ਤੇ ਆਉਣ, ਸਾਰੀਆਂ ਆਰਗੇਨਾਈਜੇਸ਼ਨਾਂ ਜੇ ਇਕੱਠੀਆਂ ਹੋ ਕੇ ਅਸੀਂ ਵਾਈਟ ਹਾਊਸ ਨੂੰ ਜਾਂ ਬਾਈਡਨ ਸਾਹਿਬ ਨੂੰ ਜਾਂ ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਕੋਈ ਹੋਰ ਵੀ ਬੰਦਾ ਹੈਗਾ ਉਹਨੂੰ ਅਸੀਂ ਦੱਸ ਸਕਦੇ ਹਾਂ ਕਿ ਹਾਂ ਭਾਈ ਬਈ ਸਾਡੇ ਇਹ ਮਸਲੇ ਹੈਗੇ ਆ, ਬਿਲਕੁਲ ਅਸੀਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈ ਕਿ ਅਸੀਂ ਉਹਨਾਂ ਨਾਲ ਤਿਆਰ ਹਾਂ। ਅਸੀਂ ਕੋਸ਼ਿਸ਼ ਸਾਡੀ ਹੋਊਗੀ ਵੀ ਬਿਲਕੁਲ ਠੀਕ ਹੈ ਕਿ ਅਸੀਂ ਇੱਥੇ ਵਾਸ਼ਿੰਗਟਨ DC ਦੇ ਏਰੀਆ 'ਚ ਬੈਠੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਲੀਡ ਵੀ ਲਈਏ ਤੇ ਅਸੀਂ ਉਹਨਾਂ ਨੂੰ ਸਪੋਰਟ ਵੀ ਕਰੀਏ। ਹੁਣ ਤੱਕ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਰਹੇ ਹਾਂ। ਈਸਟ ਕੋਸਟ ਕਮੇਟੀ ਹੈ, ਭਾਵੇਂ ਉਹ ਪਨੂਰਾਂ ਦਾ ਜਿਹੜਾ ਜਸਟਿਸ ਹੈਗਾ ਉਹਨਾਂ ਨੂੰ, ਤੇ ਇਹ ਜਿਹੜਾ ਆਪਣਾ ਥੋੜਾ ਸਿੱਖ ਕਾਕਸ ਬਣਿਆ ਹੈਗਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਯੂਨਾਈਟਿਡ ਸਟੇਟਸ ਵਾਲਿਆਂ ਨੂੰ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਮੈਂ ਉਹਨਾਂ ਦੇ ਨਾਲ ਇਨਵੋਲਵ ਹੈ। ਸੋ ਇਸ ਤਰ੍ਹਾਂ ਮਤਲਬ ਵੀ ਮਸਲੇ ਬਹੁਤ ਹੈ ਆਪਣੇ ਸਿੱਖ ਕੌਮ ਦੇ। ਜਿਹੜੀ ਤੁਸੀਂ ਮਿਨੋਰਟੀ ਦੀ ਗੱਲ ਕਰ ਰਹੇ ਹੋ, ਇਹ ਮੈਂ ਵੀਡੀਓ ਤੇ ਕਹਿ ਕੇ ਆਇਆ ਕਿ ਜਿਸ ਤਰ੍ਹਾਂ ਇੱਥੇ ਮਿਨੋਰਟੀ ਦਾ ਪੰਗਾ ਹੈਗਾ ਜਾਂ ਚੱਲ ਰਿਹਾ ਹੈਗਾ ਵੀ ਮਿਨੋਰਟੀ ਨੂੰ ਸੁਣਵਾਈ ਨਹੀਂ, ਮਿਨੋਰਟੀ ਨੂੰ ਜਸਟਿਸ ਨਹੀਂ ਮਿਲਦਾ, ਮੈਂ ਕਿਹਾ ਵੀ ਇਹੀ ਹਾਲ ਇੰਡੀਆ ਦੇ ਵਿੱਚ ਹੈ। ਤੇ ਬਾਕੀ ਮੈਂ ਸਮਝਦਾ ਵੀ ਮੋਦੀ ਸਾਹਿਬ ਤੇ ਟਰੰਪ ਸਾਹਿਬ ਦਾ ਇਸ ਕਰਕੇ ਸੀ ਕਿ ਡਿਵਾਈਡ ਐਂਡ ਰੂਲ ਦੀ ਪਾਲਿਸੀ ਉਹਨੇ ਰੱਖੀ ਹੈਗੀ ਹੈ। ਤੇ ਜਿਹੜਾ ਮੈਕਸੀਕੋ ਦਾ ਮਸਲਾ ਸੀ ਪਹਿਲਾਂ ਕਿ ਮੈਂ ਐਡੀ ਵੱਡੀ ਕੰਧ ਕਰੂੰਗਾ, ਉਹਨੇ ਉਹ ਕੰਧਾਂ ਚਲੋ ਕਰ ਦਿੱਤੀਆਂ ਇਸ ਕਰਕੇ ਹੀ ਕਰਦਾ ਸੀ ਕਿ ਜਿਹੜੇ ਮਤਲਬ ਇੱਥੇ ਦੇ ਬੰਦੇ ਹੈਗੇ ਉਹ ਚਾਹੁੰਦੇ ਸੀ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਹੈਗੇ ਕਿ ਸਾਡੀਆਂ ਜੌਬਾਂ ਜਾਂਦੀਆਂ ਹੈਗੀਆਂ, ਤੇ ਇਸ ਕਰਕੇ ਉਹ ਚਾਹੁੰਦੇ ਸੀ ਵੀ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਬੰਦ ਕੀਤਾ ਜਾਵੇ। ਸੋ ਹੀ ਵਾਸ ਆਲਮੋਸਟ ਕਲੋਜ਼ਡ ਇਟ, ਜਾਂਦੇ ਇਹਨਾਂ ਨੂੰ ਬੰਦ ਹੀ ਕਰਤਾ ਸੀ ਕਿ ਕੋਈ ਭੈਣ ਭਰਾ ਨਾ ਆਉਣ ਤੇ ਬਾਕੀ ਬੱਚੇ ਨਾ ਆ ਸਕਣ। ਸੋ ਇਹ ਬੜੇ ਵੱਡੇ ਮਸਲੇ ਆ ਜਿਹੜੇ ਕਰੋਨਾ ਦਾ ਤੇ ਇਮੀਗ੍ਰੇਸ਼ਨ ਦਾ ਮਸਲਾ ਹੈਗਾ। ਪਹਿਲਾਂ ਤਾਂ ਬਾਈਡਨ ਸਾਹਿਬ ਨੂੰ ਮੈਂ ਸਮਝਦਾ ਵੀ ਉਹੀ ਨਹੀਂ ਹਾਲੀ ਸੋਲਵ ਕਰਨ ਦਾ ਟਾਈਮ ਮਿਲਣਾ ਹੈਗਾ। ਜਿਹੜੇ ਟਰੰਪ ਸਾਹਿਬ ਨੇ ਕੰਮ ਕੀਤਾ 4 ਸਾਲ ਚ, ਉਹਨਾਂ ਨੇ ਕੁਝ ਨਹੀਂ ਕੀਤਾ, ਉਹਨਾਂ ਦੀ ਕੋਈ ਪਲੈਨਿੰਗ ਨਹੀਂ ਸੀ, ਝੂਠ ਹੀ ਝੂਠ ਦਿੱਤਾ ਉਹਨਾਂ ਨੇ। ਤੇ ਨਾਲ ਉਹਨਾਂ ਨੇ ਜੋ ਕੀਤਾ ਹੈਗਾ ਉਹ ਸਿਰਫ ਮੈਂ ਸਮਝਦਾ ਵੀ 4 ਸਾਲ ਚ ਓਬਾਮਾ ਸਾਹਿਬ ਜੋ ਕਰਕੇ ਗਏ ਤੇ ਉਹਨਾਂ ਨੂੰ ਰੱਦ ਕੀਤਾ ਹੈਗਾ। ਹੁਣ ਜਿਹੜਾ ਹੈਲਥ ਕੇਅਰ ਦਾ ਮਸਲਾ ਹੈਗਾ ਅਮਰੀਕਾ ਦੇ ਵਿੱਚ, ਇਹ ਬੜਾ ਵੱਡਾ ਮਸਲਾ ਹੈ ਵੀ, ਤੇ ਹੈਲਥ ਕੇਅਰ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਆ ਇਹ ਉਹ ਹੁਣ ਅੱਗੇ ਟਾਈਮ ਹੀ ਦੱਸੂਗਾ ਸਾਨੂੰ। ਹਾਂਜੀ, ਮੈਂ ਤੁਹਾਨੂੰ ਇਹ ਕੁਐਸਚਨ ਕਰਨਾ ਹੁਣ ਅੱਗੇ। ਠੀਕ ਹੈ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਪਾਰਟੀ ਜਿੱਤ ਗਈ ਹੈ ਡੈਮੋਕ੍ਰੇਟ ਵਿੱਚ, ਕਾਫੀ ਜ਼ਿਆਦਾ ਖੁਸ਼ੀ ਹੈ ਤੇ ਤੁਹਾਨੂੰ ਵੀ ਬਹੁਤ ਖੁਸ਼ੀ ਹੈ। ਕੁਐਸਚਨ ਮੇਰਾ ਇਹ ਹੈ ਕਿ ਕਿਤੇ ਐ ਨਾ ਹੋਵੇ ਕਿ ਕਾਫੀ ਲੋਕਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਪਾਰਟੀਆਂ ਨੂੰ ਸਪੋਰਟ ਕੀਤੀ ਹੈ, ਕਿਤੇ ਇਹ ਤਾਂ ਨਹੀਂ ਹੋਊਗਾ ਕਿ ਤੁਸੀਂ ਆਪਣੇ ਚਹੇਤਿਆਂ ਨੂੰ
ਆਪਣੇ ਥੋੜੇ ਥੋੜੇ ਅਹੁਦੇ ਦਵਾ ਕੇ ਆਪ ਵੀ ਕੋਈ ਅਹੁਦਾ ਲੈ ਕੇ ਤੇ ਪਾਸੇ ਹੋ ਜਾਓਗੇ ਤੇ ਫਿਰ ਕਮਿਊਨਿਟੀ ਉਦਾਂ ਦੀ ਉਦਾਂ ਰਹਿ ਜਾਏਗੀ? ਭਾਜੀ ਇਹਦੇ ਤੇ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਅਹੁਦਾ ਲੈਣ ਦਾ ਕੋਈ ਸ਼ੌਕ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਵੀ ਬੜੇ ਮਹਾਰਾਜ ਦੀ ਕਿਰਪਾ ਰਹੀ ਹੈ, ਬੜਾ ਉਹਦੇ ਬੜੇ ਆਪਣਾ ਚੱਲ ਚੁੱਕੇ ਆ ਵੀ ਭਾਵੇਂ ਗੁਰੂ ਘਰਾਂ 'ਚ ਸੀ, ਸੇਵਾ ਕੀਤੀ ਹੈ, ਭਾਵੇਂ ਕਿਤੇ ਵੀ ਸੀ। ਪਰ ਅੱਜ ਅਸੀਂ ਇਹ ਮਸਲਾ ਜ਼ਰੂਰ ਹੈਗਾ ਜਿਹੜਾ ਕਿ ਮੈਂ ਚਾਹੁੰਦਾ ਹੈਗਾ ਬਈ ਸਾਡਾ ਜਿਹੜਾ ਯੂਥ ਹੈ ਉਹਨੂੰ ਅਸੀਂ ਅੱਗੇ ਲਿਆਉਣਾ ਚਾਹੁੰਦੇ ਹੈਗੇ ਹਾਂ। ਬਈ ਮੈਂ ਸਮਝਦਾ ਵੀ ਸਾਡੇ ਨਾਲੋਂ ਜੇ ਯੂਥ ਅੱਗੇ ਆਊਗਾ ਤਾਂ ਉਹ ਕਾਫੀ ਸਕਸੈਸਫੁਲ ਹੋਊਗਾ। ਸਾਡੇ ਜਿਹੜੇ ਆਪਣਾ ਖਾਸ ਕਰ ਧੜੇਬੰਦੀਆਂ ਨੇ ਸਾਨੂੰ ਮਤਲਬ ਤਰੇੜਾਂ ਪਾਈਆਂ ਹੋਈਆਂ, ਜਿਹੜੀਆਂ ਕਿ ਜੇ ਤੁਸੀਂ ਕਹੋ ਕਿ ਬਈ ਹੁਣ ਇਸ ਆਰਗੇਨਾਈਜੇਸ਼ਨ ਨੂੰ ਬੁਲਾਓ, ਆਰਗੇਨਾਈਜੇਸ਼ਨਾਂ ਇਕੱਠੀਆਂ ਹੋ ਕੇ ਚੱਲਣ ਨੂੰ ਤਿਆਰ ਹੀ ਨਹੀਂ। ਪਰ ਫਿਰ ਵੀ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਉਹ ਕੰਮ ਕਰ ਰਹੀਆਂ, ਜਗ੍ਹਾ ਜਗ੍ਹਾ ਤੇ ਆਪਣੀਆਂ ਕੰਮ ਕਰ ਰਹੀਆਂ ਹੈਗੀਆਂ। ਪਰ ਆਹ ਜਿਹੜਾ ਮਸਲਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਆਣ ਕੇ ਜਦੋਂ ਤੁਸੀਂ ਇੱਕ ਬੰਦਾ 2-4 ਬੰਦਿਆਂ ਨੂੰ ਨਾਲ ਲੈ ਕੇ ਮਤਲਬ ਉੱਥੇ ਉਹਨਾਂ ਨੂੰ ਜੌਬ ਦਵਾ ਦੂਗਾ ਜਾਂ ਹੋਰ ਕਰੂਗਾ, ਨਹੀਂ। ਸਾਡਾ ਮਸਲਾ ਇਹ ਹੈ ਵੀ ਜਿਹੜੀ ਵੀ ਮਿਨੋਰਟੀ ਦੇ ਵਿੱਚ ਜਿੱਥੇ ਵੀ ਅਸੀਂ ਵਿਚਰਦੇ ਹਾਂ ਸਾਡੇ ਨਾਲ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ। ਸਾਰਿਆਂ ਨੂੰ ਕੋਸ਼ਿਸ਼ ਸਾਡੀ ਪੂਰੀ ਇਹੀ ਹੋਊਗੀ। ਬਹੁਤ ਵਧੀਆ, ਤੁਹਾਡੇ ਤੋਂ ਆਸ ਵੀ ਇਸ ਤਰ੍ਹਾਂ ਦੀ ਹੀ ਕੀਤੀ ਜਾਂਦੀ ਹੈ। ਤੇ ਮੈਂ ਨਾਲ ਇੱਕ ਲੱਗਦਾ ਕੁਐਸਚਨ ਹੀ ਭਾਈ ਸੁਰਿੰਦਰ ਸਿੰਘ ਨੂੰ ਜਾਂਦੇ ਜਾਂਦੇ ਪੁੱਛਾਂਗਾ। ਤੇ ਭਾਈ ਸਾਹਿਬ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਠੀਕ ਹੈ ਅਹੁਦੇ ਲੈਣ ਨਹੀਂ ਆਏ, ਪਰ ਹੁੰਦਾ ਕੀ ਹੈ ਕਿ ਅਹੁਦਿਆਂ ਤੋਂ ਬਿਨਾਂ ਕੰਮ ਵੀ ਨਹੀਂ ਹੁੰਦੇ। ਮੈਂ ਇਹੋ ਹੀ ਕੁਐਸਚਨ ਕਰਨਾ ਕਮਿਊਨਿਟੀ ਵੱਲੋਂ ਕਿ ਕਮਿਊਨਿਟੀ ਦਾ ਖਾਸ ਤੌਰ ਇਹੋ ਹੀ ਕਈ ਵਾਰੀ ਦਿਮਾਗ ਦੇ ਵਿੱਚ ਚੱਲਦਾ ਹੁੰਦਾ, ਡਰ ਹੁੰਦਾ ਕਿ ਅਸੀਂ ਜੇ ਰਲ ਕੇ ਸਪੋਰਟ ਕੀਤੀ ਅਸੀਂ ਪਿੱਛੇ ਰਹਿ ਜਾਗੇ, ਜਿਹੜੇ ਅੱਗੇ ਲੱਗੇ ਆ ਉਹ ਅੱਗੇ ਲੰਘ ਜਾਣਗੇ, ਜਾਂ ਇਹਨਾਂ ਨੇ ਆਪਣੇ ਬੱਚੇ ਜਿਹੜੇ ਆ ਉਹ ਅੱਗੇ ਉਹਦੇ ਦੁਆਲੇ ਨੇ ਆ। ਕੋਈ ਇਦਾਂ ਦਾ ਕ੍ਰਾਈਟੇਰੀਆ ਆਪਾਂ ਬਣਾਵਾਂਗੇ ਜਿਹੜੇ ਆਪਣੇ ਯੂਥ ਕੋਈ ਉਹ ਇਸ ਟਾਈਮ ਯੂਨੀਵਰਸਿਟੀ 'ਚ ਪੜ੍ਹਦੇ ਪਏ ਆ, ਉਹ ਪੋਲੀਟੀਕਲ ਪੜ੍ਹਦੇ ਆ ਜਾਂ ਉਹ ਕੋਈ ਹੋਰ ਸਬਜੈਕਟ ਪੜ੍ਹਦੇ ਆ, ਚਾਹੇ ਉਹ ਮੈਡੀਕਲ ਪੜ੍ਹ ਰਿਹਾ, ਕੋਈ ਇਦਾਂ ਦਾ ਕੋਈ ਕ੍ਰਾਈਟੇਰੀਆ ਬਣਾਵਾਂਗੇ ਜਿੱਥੇ ਉਹ ਬੱਚਿਆਂ ਨੂੰ ਇਨਵੋਲਵ ਕਰਕੇ ਤੇ ਉਹਨਾਂ ਨੂੰ ਆਉਣ ਵਾਲੀ ਸਿਆਸਤ ਦਾ ਰੁਖ ਦਿਖਾਇਆ ਜਾਵੇ, ਤਾਂ ਕਿ ਉਹ ਅੱਗੇ ਜਾ ਕੇ ਤੇ ਹਰ ਸਟੇਟ ਦੇ ਵਿੱਚੋਂ ਆਪਣੇ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ, ਤਾਂ ਕਿ ਜਿਹੜੇ ਆਪਣੇ ਮਸਲੇ ਆ ਕੁਝ ਹੱਲ ਹੋ ਸਕਣ। ਕਿਉਂਕਿ ਗੱਲ ਕੀ ਆ ਕਿ ਥੋੜਾ ਜਿਹਾ ਆਪਣਾ ਏਜ ਗੈਪ ਵੀ ਹੈਗਾ, ਥੋੜਾ ਜਿਹਾ ਲੈਂਗੁਏਜ ਗੈਪ ਵੀ ਹੈਗਾ, ਤੇ ਜਿਹੜੀ ਇੱਥੇ ਦੀ ਜਨਰੇਸ਼ਨ ਹੈ, ਇੱਥੇ ਦੀ ਪੜ੍ਹੀ ਲਿਖੀ ਆਪਣੀ ਪਨੀਰੀ ਹੈ, ਉਹ ਥੋੜੇ ਜਿਹਾ ਬੈਟਰ ਗੱਲਬਾਤ ਕਰ ਸਕਦੇ ਨੇ। ਕੋਈ ਇਦਾਂ ਦਾ ਵੀ ਆਪਾਂ ਤਿਆਰੀ ਕਰ ਰਹੇ ਹਾਂ? ਵੈਲ, ਤੁਸੀਂ ਮੇਰੇ ਸਵਾਲ ਦਾ ਤੁਸੀਂ ਜਿਹੜਾ ਸਵਾਲ ਪੁੱਛਿਆ ਉਹਦਾ ਅੱਧਾ ਉੱਤਰ ਤੁਸੀਂ ਆਪ ਹੀ ਦੇ ਦਿੱਤਾ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ। ਗੱਲ ਇਹ ਹੈ ਵੀ ਪਹਿਲੀ ਗੱਲ ਜਿਹੜੀ ਮੈਂ ਸਮਝਦਾ ਵੀ ਅਸੀਂ ਇੱਕ ਕਲੀਨ ਸਿਸਟਮ 'ਚ ਹੈਗੇ ਹਾਂ, ਸਿਵਲਾਈਜ਼ ਕੰਟਰੀ 'ਚ ਹੈਗੇ ਹਾਂ। ਭਾਵੇਂ ਕਿ ਸੂਖਸ਼ਮ ਤੌਰ 'ਤੇ ਕਰਪਸ਼ਨ ਇੱਥੇ ਵੀ ਹੋਏਗੀ, ਪਰ ਇੱਥੇ ਉੱਦਾਂ ਦੀ ਕਰਪਸ਼ਨ ਨਹੀਂ ਗਈ ਵੀ ਜੇ ਮੈਨੂੰ ਮੇਰਾ ਕਨੈਕਸ਼ਨ ਬਣਿਆ ਜਾਂ ਮੈਂ ਕੋਈ ਉੱਦਮ ਕੀਤਾ, ਆਪਣੀ ਜਗ੍ਹਾ ਬਣਾਈ ਹੈ ਤੇ ਮੈਂ ਆਪਣੇ ਪੁੱਤਰ ਨੂੰ ਜਾਂ ਆਪਣੇ ਭਰਾ ਭਤੀਜੇ ਨੂੰ ਅੱਗੇ ਕਰ ਲਾਂਗਾ। ਇੱਥੇ ਆ ਬੇਸਡ ਔਨ ਕੁਆਲਿਟੀ। ਸਾਡੇ ਜਿਹੜੇ ਡਿਪਾਰਟਮੈਂਟ ਨਾਲ ਮੈਂ ਕੰਮ ਕਰਦਾ, ਮੈਂ ਤੁਹਾਨੂੰ ਪ੍ਰਾਈਮ ਐਗਜ਼ਾਮਪਲ ਦਿੰਦਾ। ਮੇਰੇ ਕੋਲੋਂ ਟ੍ਰੇਨ ਹੋਏ ਇੰਪਲੋਈਜ਼ ਜਿਹੜੇ ਨੇ ਉਹ ਮੇਰੇ ਉੱਤੇ ਚਲੇ ਗਏ ਨੇ। ਰੀਸੈਂਟਲੀ ਗੱਲ, ਮੈਂ ਜੌਬ ਲਈ ਅਪਲਾਈ ਕੀਤਾ, ਕਲਸਟਰ ਮੈਨੇਜਰ ਦੀ ਜੌਬ ਲਈ ਅਪਲਾਈ ਕੀਤਾ ਸੀ। ਮੈਂ ਹੁਣ ਮਤਲਬ 30+ ਨੂੰ ਮੈਂ ਮੈਨੇਜ ਕਰਦਾ। ਜਿਹੜੀ ਕੁੜੀ ਨੂੰ ਮੈਂ ਟ੍ਰੇਨ ਕੀਤਾ ਉਹ ਕਹਿੰਦੀ ਸੀ ਵੀ ਡੂ ਯੂ ਰੀਅਲੀ ਥਿੰਕ ਆਈ ਕੈਨ ਡੂ ਦਿਸ ਜੌਬ? ਤੇ ਮੈਂ ਕਹਿੰਦੀ ਯੂ ਸ਼ੁੱਡ ਅਪਲਾਈ। ਮੈਂ ਉਹਦੀ ਇਵੈਲੂਏਸ਼ਨ ਵੀ ਕੀਤੀ, ਸਰਦਾਰ ਬਖਸ਼ੀਸ਼ ਸਿੰਘ ਨਾਲ ਹੀ ਮੈਂ ਸਾਂਝੀ ਕਰ ਰਿਹਾ ਸੀ। 6 ਪੇਜਾਂ ਦੀ ਉਹਦੀ ਮੈਂ ਇਵੈਲੂਏਸ਼ਨ ਲਿਖੀ। ਉਹਦੇ ਵਿੱਚ ਮੈਂ ਉਹਨੂੰ ਜ਼ੋਰ ਦਿੱਤਾ ਵੀ ਆਹ ਕਲਾਸਾਂ ਲੈ, ਆਹ ਟ੍ਰੇਨਿੰਗ ਲੈ, ਤੇਰੇ 'ਚ ਬਹੁਤ ਪੋਟੈਂਸ਼ੀਅਲ ਆ, ਤੂੰ ਅੱਗੇ ਲੰਘ ਸਕਦੀ ਆ। ਮਤਲਬ ਅਫਰੀਕਨ ਅਮਰੀਕਨ ਕੁੜੀ ਆ, ਹੁਣ ਉਹ ਮੇਰੇ ਤੋਂ ਇੱਕ ਸਟੈਪ ਉੱਤੇ ਆ। ਸੋ ਨਾਓ ਸ਼ੀ ਇਜ਼ ਮਾਈ ਬੌਸ। ਸੋ ਉਹਦਾ ਕਾਰਨ ਇਹ ਹੈ ਵੀ ਜਿਹੜੇ ਬੱਚੇ ਬਰਾਈਟ ਨੇ, ਜਿਨ੍ਹਾਂ ਕੋਲ ਕੁਆਲੀਫਿਕੇਸ਼ਨ ਹੈ, ਮੈਂ ਭਾਵੇਂ ਚਾਹਵਾਂ ਭਾਵੇਂ ਨਾ ਚਾਹਵਾਂ ਉਹਨਾਂ ਨੇ ਅੱਗੇ ਆਉਣਾ ਹੀ ਆਉਣਾ। ਸਾਡਾ ਕੰਮ ਹੈ ਫੈਸਿਲੀਟੇਟ ਕਰਨਾ। ਸਾਡਾ ਕੰਮ ਹੈ ਵੀ ਜਿਹੜਾ ਹੁਣ ਮੇਰਾ ਬੇਟਾ ਜਿਵੇਂ ਆ ਉਹ ਹੁਣ ਹਾਈ ਸਕੂਲ ਕਰ ਰਿਹਾ, ਉਹਦੇ 'ਚ ਉਹਦਾ ਹੋਮਵਰਕ ਹੀ ਇੰਨਾ, ਉਹਦੇ ਕੋਲ ਟਾਈਮ ਹੀ ਨਹੀਂ। ਅਸੀਂ ਜਿਹੜਾ ਗਰਾਊਂਡ ਵਰਕ ਕਰਨਾ ਆਪਣੇ ਬੱਚਿਆਂ ਲਈ ਤਾਂ ਕਿ ਉਹਨਾਂ ਲਈ ਰਾਹ ਖੋਲ੍ਹ ਸਕੀਏ। ਬਾਕੀ ਉਹਨਾਂ ਦਾ ਪੋਟੈਂਸ਼ੀਅਲ, ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਆ ਉਹ ਉਹਨਾਂ ਨੂੰ ਅੱਗੇ ਲੈ ਕੇ ਜਾਏਗੀ। ਤੇ ਜੇ ਕੋਈ ਚਾਹੇਗਾ ਵੀ ਹਾਂ ਮੈਂ ਆਪਣੇ ਮਸਲੇ ਬਣਾਈ ਰੱਖਾਂ, ਮੇਰੇ ਸੰਬੰਧ ਜੁੜੇ ਰਹਿਣ, ਤੇ ਜਿਹੜੇ ਜਿਨ੍ਹਾਂ ਬੱਚਿਆਂ 'ਚ ਜਾਂ ਜਿਨ੍ਹਾਂ ਲੋਕਾਂ 'ਚ, ਬੱਚਿਆਂ 'ਚ ਵੀ ਭਾਵੇਂ ਮੈਚਿਓਰ ਵੀ ਜਿਹੜੇ ਹੋਣ, ਜਿਨ੍ਹਾਂ 'ਚ ਇਸ ਚੀਜ਼ ਦੀ ਕਾਬਲੀਅਤ ਆ, ਉਹ ਨਾ ਆਉਣ। ਤੇ ਇਹ ਖਾਸ ਕਰਕੇ ਇਸ ਕੰਟਰੀ 'ਚ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ ਕਿਉਂਕਿ ਇੱਥੇ ਕਰਪਸ਼ਨ ਨਹੀਂ ਹੈਗੀ। ਸੋ ਆਈ ਥਿੰਕ ਮੈਂ ਤੁਹਾਨੂੰ ਸ਼ਾਇਦ ਉੱਤਰ ਦੇ ਦਿੱਤਾ ਹੋਵੇ ਇਸ ਗੱਲ।
ਭਾਈ ਸੁਖਦੇਵ ਸਿੰਘ ਜੀ, ਮੈਨੂੰ ਇੱਕ ਗੱਲ ਹੁਣੇ ਯਾਦ ਆ ਗਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਅਸੀਂ ਇਹ ਬਿਲਕੁਲ ਸਾਨੂੰ ਸਬਕ ਸਿੱਖਣਾ ਚਾਹੀਦਾ ਹੈਗਾ ਕਿ ਅਸੀਂ ਅੱਗੇ ਹੋ ਕੇ ਆਪਣੇ ਆਪ ਨੂੰ ਅੱਗੇ ਨਾ ਕਰੀਏ ਪਰ ਯੂਥ ਨੂੰ ਕਰੀਏ। ਮੇਰੀ ਹੁਣ ਪਰਸੋਂ ਦੀ ਗੱਲ ਚੱਲ ਰਹੀ, ਤੁਹਾਡੇ ਕੈਲੀਫੋਰਨੀਆ ਤੋਂ ਹੀ ਯੰਗ ਮੈਨ ਇੱਥੇ ਹੈਗਾ ਕਰਨ ਸਿੰਘ, ਉਹਦਾ ਨਾਂ ਸ਼ਾਇਦ ਤੁਸੀਂ ਜਾਣਦੇ ਵੀ ਹੋ। ਤੇ ਉਹ ਇੱਥੇ ਆਇਆ ਹੋਇਆ, ਉਹਦੀ ਜੌਬ ਸੀ ਇਸ ਤਰ੍ਹਾਂ ਹੀ ਥੋੜਾ ਬਹੁਤਾ ਹੈਲਪ ਕਰਦਾ ਸੀ ਜਦੋਂ ਇਹ ਮਤਲਬ ਕਾਲਾਂ ਵੀ ਕਰਨੀਆਂ ਪੈਂਦੀਆਂ ਇਹਨਾਂ ਦੇ ਵਿੱਚ ਜਿਹੜੀ ਕੈਂਪੇਨ ਹੁੰਦੀ ਹੈ। ਤਾਂ ਹੁਣ ਉਹਦੀ ਜੌਬ ਖਤਮ ਹੋ ਰਹੀ ਸੀ। ਪਰਸੋਂ ਦੀ ਗੱਲ ਹੈ ਕਿ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹਨੂੰ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਹੁਣ ਜੌਬ ਸਾਡੀਆਂ ਜਿਹੜੀਆਂ ਹੈਗੀਆਂ ਕਿ ਉਹਨਾਂ ਨੂੰ ਕੋਈ ਹਾਇਰਿੰਗ ਹੋ ਨਹੀਂ ਰਹੀ ਕਰੋਨਾ ਕਰਕੇ, ਪਰ ਵਾਈਟ ਹਾਊਸ ਦੀਆਂ ਜੌਬਾਂ ਜ਼ਰੂਰ ਖੁੱਲਣੀਆਂ ਹੈਗੀਆਂ। ਮੈਂ ਉਹਨੂੰ ਕਹਿੰਦਾ ਵੀ ਤੇਰਾ ਜਿਹੜਾ ਹੈਗਾ ਹੈ ਮਤਲਬ ਦੀ ਕੁਆਲੀਫਿਕੇਸ਼ਨ ਹੈ ਤੇਰੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਨਾਲ ਕੁਆਲੀਫਿਕੇਸ਼ਨ ਹੈ। ਸੋ ਅਸੀਂ ਚਾਹੁੰਦੇ ਹਾਂ, ਇਨਫੈਕਟ ਮੈਨੂੰ ਸਿੱਖ ਕੋਲੀਸ਼ਨ ਦੀ ਉਹਨਾਂ ਦੀ ਕਾਲ ਆਈ ਸੀ ਕਿ ਅੰਕਲ ਜੀ ਤੁਸੀਂ ਚਾਹੁੰਦੇ ਹੋ ਤੇ ਅਸੀਂ ਇੱਕ ਬੰਦਾ ਅੱਗੇ ਕਰੀਏ। ਮੈਂ ਉਹਦੇ ਨਾਲ ਗੱਲ ਕਰ ਰਿਹਾ ਵੀ ਆਪਣੇ ਰੈਜ਼ਮੇ ਤੂੰ ਇਹਨਾਂ ਨੂੰ ਭੇਜ, ਰੈਜ਼ਮੇ ਤੇਰੇ ਅੰਦਰ ਜਾਣ ਤੇ ਤੁਹਾਨੂੰ ਮਤਲਬ ਜੌਬ ਮਿਲੇ। ਕਿਉਂਕਿ ਜੇ ਉਹ ਯੰਗ ਮੈਨ ਉੱਥੇ ਚਲੇ ਜਾਂਦਾ ਹੈਗਾ, ਅੰਦਰ ਚਲੇ ਜਾਂਦਾ, ਤੇ ਉਹ ਹੋਰ ਦਾ ਵੀ ਇੱਕ ਬਹੁਤ ਸਾਰੇ ਮਤਲਬ ਯੰਗ ਮੈਨਾਂ ਦਾ ਰਸਤਾ ਖੋਲੂਗਾ ਉੱਥੇ ਜਾ ਕੇ। ਕਿਉਂਕਿ ਮੈਨੂੰ ਪਤਾ ਹੈਗਾ ਵੀ ਜਿਸ ਤਰ੍ਹਾਂ ਦਾ ਉਹਦਾ ਨੇਚਰ ਹੈਗੀ, ਜਿੱਦਾਂ ਦਾ ਸੁਭਾਅ ਹੈਗਾ। ਮੇਰਾ ਕੋਈ ਰਿਲੇਸ਼ਨ ਨਹੀਂ, ਬਟ ਮੈਂ ਚਾਹੁੰਦਾ ਕਿ ਵੀ ਆਪਣੇ ਯੰਗ ਮੈਨ ਸਾਰੇ ਭਾਵੇਂ ਉਹ 10 ਦਿਨ ਕਰਨ ਭਾਵੇਂ ਉਹ 10 ਸਾਲ ਕਰਨ, ਪਰ ਜੌਬ ਵਾਈਟ ਹਾਊਸ ਦੀ ਜਾ ਕੇ ਲੈਣ। ਤੇ ਬਾਕੀ ਕੈਪੀਟਲ ਹਿੱਲ ਤੇ ਮੈਂ ਸਾਰਿਆਂ ਨੂੰ ਕਹਿੰਦਾ ਰਿਹਾ ਪਿਛਲੇ 6 ਮਹੀਨੇ ਸਾਲ ਤੋਂ, ਮੈਂ ਕਿਹਾ ਵੀ ਜੇ ਕਾਂਗਰਸਮੈਨ ਨੂੰ ਅਸੀਂ ਸੈਨੇਟਰ ਨੂੰ ਕਿਸੇ ਨੂੰ ਜਾਣਦੇ ਆ ਤੇ ਆਓ ਭਾਈ ਅੱਗੇ ਆਓ, ਉਹਨਾਂ ਦੀ ਇੰਟਰਨਸ਼ਿਪ ਤੁਸੀਂ ਮੈਂ ਨਾਲ ਚੱਲੂ ਤੁਹਾਡੇ। ਇੰਨਾ ਹੀ ਆ ਵੀ ਆਪਾਂ ਨੂੰ ਸ਼ੌਕ ਨਹੀਂ ਹੈਗਾ, ਪਰ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਯੂਥ ਹੈ ਇਹ ਵੱਧ ਚੜ ਕੇ ਅੱਗੇ ਆਵੇ। ਥੈਂਕ ਯੂ ਤੁਹਾਡਾ ਬਹੁਤ ਬਹੁਤ ਭਾਈ ਬਖਸ਼ੀਸ਼ ਸਿੰਘ ਜੀ ਤੇ ਭਾਈ ਸੁਵਿੰਦਰ ਸਿੰਘ ਜੀ। ਕੋਈ ਜਾਂਦੇ ਕੋਈ 1 ਮਿੰਟ ਵਾਸਤੇ ਕੋਈ ਗੱਲ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਬੇਨਤੀ ਆਪਣੀ ਕਮਿਊਨਿਟੀ ਨੂੰ ਖਾਸ ਕਰਕੇ ਕਰਾਂਗਾ ਤੇ ਖਾਸ ਕਰਕੇ ਕੈਲੀਫੋਰਨੀਆ ਵਾਲਿਆਂ ਨੂੰ ਜ਼ਰੂਰ ਕਰਾਂਗਾ, ਕਿਉਂਕਿ ਮੈਂ ਜ਼ਿਆਦਾ ਮੇਰਾ ਵਾਹ ਨਹੀਂ ਉਹਨਾਂ ਨਾਲ, ਪਰ ਮੈਨੂੰ ਇਹਨੂੰ ਪਤਾ ਵੀ ਸਾਡੇ ਧਨਾੜ ਸਿੱਖ ਜਿੰਨੇ ਵੀ ਨੇ ਜ਼ਿਆਦਾ ਉਹ ਕੈਲੀਫੋਰਨੀਆ 'ਚ ਬੈਠੇ ਤੇ ਦਲੇਰ ਸਿੱਖ ਵੀ ਜਿਹੜੇ ਕਿ ਫੰਡਸ ਬਹੁਤ ਦਿੰਦੇ ਨੇ ਕੋਈ ਵੀ ਕੰਮ ਹੋਵੇ। ਤਾਂ ਉਹਨਾਂ ਨੂੰ ਮੈਂ ਬੇਨਤੀ ਇਹ ਕਰਾਂਗਾ, ਇੱਕ ਤੇ ਉਹ ਆਪ ਖੁਦ ਇਨਵੋਲਵ ਹੋਣ ਇਹਦੇ ਵਿੱਚ ਆਪਣਾ ਕਮਿਊਨਿਟੀ ਵਰਕ ਵਿੱਚ, ਪੋਲੀਟਿਕਸ ਵਿੱਚ, ਨਾ ਕਿ ਕੋਈ ਉਹਨਾਂ ਨੂੰ ਸਬਜ਼ ਬਾਗ ਦਿਖਾ ਕੇ ਉਹਨਾਂ ਨੂੰ ਠੱਗ ਕੇ ਲੈ ਆਵੇ। ਤਾਂ ਉਹ ਆਪ ਖੁਦ ਇਨਵੋਲਵ ਹੋਣ, ਅਵੇਅਰ ਹੋ ਕੇ ਆਪਣੇ ਪੈਸੇ ਦੀ ਵਰਤੋਂ ਕਰਨ, ਤੇ ਨਾ ਕਿ ਇਹ ਕੋਈ ਕਹਿ ਦੇਵੇ ਵੀ ਆ ਮੈਂ ਤੁਹਾਨੂੰ ਵਾਈਟ ਹਾਊਸ ਲੈ ਜਾਣਾ, ਮੈਂ ਤੁਹਾਡੀਆਂ ਫੋਟੋਆਂ ਸੈਨੇਟਰ ਨਾਲ ਖਿਚਾ ਦੇਣਾ। ਸੋ ਇਸ ਚੀਜ਼ਾਂ ਤੋਂ ਉੱਚੇ ਉੱਠਣ, ਗਰਾਊਂਡ ਵਰਕ ਤੇ ਆਪ ਕੰਮ ਕਰਨ, ਨਾ ਕਿ ਅਸੀਂ ਕੋਈ ਫਿਲਮਾਂ ਬਣਾ ਕੇ ਜਾਂ ਹੋਰ ਕੰਮ ਕਰਕੇ ਸਿੱਖ ਆਇਡੈਂਟੀਟੀ ਦਾ ਕੰਮ ਨਹੀਂ ਕਰ ਸਕਦੇ। ਇੰਡੀਵਿਜੂਅਲ ਲੈਵਲ ਤੇ ਇੱਥੇ ਇੱਕ ਹੈਗਾ ਲੀਡਰਸ਼ਿਪ ਦੇ ਵਿੱਚ ਇੰਡੀਵਿਜੂਅਲ ਲੈਵਲ, ਉਹ ਗਲਤ ਹੈ, ਪਰ ਇੱਕ ਹੈਗਾ ਐਜ਼ ਏ ਸਿੱਖ। ਜਿਵੇਂ ਤੁਸੀਂ ਦਸਤਾਰ ਬੰਨ੍ਹ ਕੇ ਜਦੋਂ ਤੁਸੀਂ ਵਿਚਰਦੇ ਹੋ, ਕੋਈ ਡਿਪਾਰਟਮੈਂਟ 'ਚ ਕੰਮ ਕਰਦੇ ਹੋ, ਉੱਥੇ ਤੁਸੀਂ ਆਪਣੀ ਜਾਬ ਦੇ ਨਾਲ, ਆਪਣੇ ਕੰਮ ਦੇ ਨਾਲ ਤੁਸੀਂ ਆਪਣੀ ਪਛਾਣ ਬਣਾਉਣੀ ਹੁੰਦੀ ਹੈ। ਸੋ ਇਹ ਮੈਂ ਬੇਨਤੀ ਸਭ ਨੂੰ ਕਰਾਂਗਾ ਵੀ ਉਹਦੇ ਤੇ ਵਰਕ ਕਰਨਾ ਸ਼ੁਰੂ ਕਰਨ, ਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਹੁਤ ਵਧੀਆ ਪਛਾਣ ਆਪਣੀ ਇੱਥੇ ਬਣਾ ਸਕਦੇ ਹਾਂ। ਉਹ ਦਿਨ ਦੂਰ ਨਹੀਂ ਜਦੋਂ ਆਪਾਂ ਬਹੁਤ ਵਧੀਆ ਪਛਾਣ ਬਣਾ ਸਕਦੇ ਹਾਂ। ਪਛਾਣ ਬਣਨੀ ਹੈ ਸਾਡੇ ਉਦਮ ਨਾਲ, ਸਾਡੇ ਏਕੇ ਨਾਲ, ਤੇ ਸਾਡੀ ਕਮਿਊਨਿਟੀ ਨੂੰ ਰਲ ਕੇ ਹਮਲਾ ਮਾਰਨਾ ਪਏਗਾ। ਜੇ ਅਸੀਂ ਇਕੱਲੇ ਤੁਰੇ ਰਹੇ ਤੇ ਫਿਰ ਸ਼ਾਇਦ ਕੁਛ ਨਾ ਬਣੇ, ਕਿਉਂਕਿ ਅੱਜ ਵੀ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੇ ਬਹੁਤ ਵੱਡਾ ਹਮਲਾ ਮਾਰਿਆ। ਕੈਲੀਫੋਰਨੀਆ ਵਿੱਚੋਂ ਡੈਮੋਕ੍ਰੇਟ ਨੂੰ ਬਹੁਤ ਵੱਡੀ ਲੀਡ ਦਿੱਤੀ ਹੈ। ਤੇ ਇਹ ਜ਼ਰੂਰੀ ਨਹੀਂ ਕਿ ਇਕੱਲੇ ਪ੍ਰੈਜ਼ੀਡੈਂਸ਼ੀਅਲ ਵਾਸਤੇ, ਹੋਰ ਵੀ ਆਪਣੇ ਬਹੁਤ ਇੱਥੇ ਕੈਲੀਫੋਰਨੀਆ ਵਿੱਚ ਮੇਅਰ ਵੀ ਬੜੇ ਨੇ, ਔਰ ਨਾਲ ਸਕੂਲ ਬੋਰਡ ਵਿੱਚ, ਡਿਸਟ੍ਰਿਕਟ ਵਿੱਚ ਕਾਫੀ ਜਿਹੜੇ ਉਹ ਸਾਡੇ ਕਮਿਊਨਿਟੀ ਦੇ ਮੈਂਬਰ ਚੁਣੇ ਗਏ ਆ। ਉਹਨਾਂ ਸਾਰਿਆਂ ਨੂੰ ਵਧਾਈ, ਤੇ ਤੁਸੀਂ ਵੀ ਵਧਾਈ ਦੇ ਪਾਤਰ ਹੋ। ਤੁਸੀਂ ਮੀਡੀਏਟਰ ਬਣ ਰਹੇ ਹੋ ਆਪਣੇ ਭਾਈਚਾਰੇ ਦੇ, ਤੇ ਹੋਰ ਭਾਈਚਾਰਿਆਂ ਦੇ ਨਾਲ ਰਲ ਕੇ ਤੁਸੀਂ ਇਹ ਸੇਵਾ ਕਮਾ ਰਹੇ ਹੋ। ਅਸੀਂ ਆਸ ਕਰਦੇ ਹਾਂ ਕਿ ਜੋ ਬਾਈਡਨ ਦੇ ਨਾਲ ਤੁਸੀਂ ਗਾਂ ਵੀ ਡੈਮੋਕ੍ਰੇਟ ਦੇ ਵਿੱਚ ਇਹ ਵਾਈਟ ਹਾਊਸ ਦੇ ਵਿੱਚ ਆਪਣੇ ਮਸਲੇ ਲੈ ਕੇ ਜਾਓ, ਆਪਣੀ ਕਮਿਊਨਿਟੀ ਦੇ, ਮਿਨੋਰਟੀ ਦੇ, ਇੰਡੀਆ ਵਿੱਚ ਵੀ ਜਿਹੜੇ ਸਾਡੇ ਭਾਈਚਾਰੇ ਨਾਲ, ਮਿਨੋਰਟੀ ਨਾਲ ਜੋ ਦੁਖਾਂਤ ਵਾਪਰ ਰਹੇ ਨੇ ਉਹਦੇ ਵੀ ਮਸਲੇ ਉਠਾਓ। ਤਾਂ ਕਿਉਂਕਿ ਸਾਡਾ ਇੱਥੇ ਜੇ ਅਸੀਂ ਸੁਖੀ ਹਾਂ ਤੇ ਅਸੀਂ ਇੰਡੀਆ ਤਾਂ ਸੁਖੀ ਰਹਿ ਸਕਦੇ ਹਾਂ ਜੇ ਉੱਥੇ ਦਾ ਸਾਡਾ ਭਾਈਚਾਰਾ ਵੀ ਸੁਖੀ ਰਵੇ। ਕਿਉਂਕਿ ਜੇ ਅਸੀਂ ਇੱਥੇ ਵਧੀਆ, ਜਦੋਂ ਆਪਾਂ ਇੰਡੀਆ ਜਾਂਦੇ ਹਾਂ ਤਾਂ ਸਾਨੂੰ ਉੱਥੇ ਮੁਸ਼ਕਲਾਂ ਆਉਂਦੀਆਂ। ਸੋ ਉਹ ਮੁਸ਼ਕਲਾਂ ਤੇ ਇੱਥੇ ਦੀਆਂ ਮੁਸ਼ਕਲਾਂ ਤਕਰੀਬਨ ਸੇਮ ਨੇ। ਸੋ ਅਸੀਂ ਇਹੋ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਜੋ ਬਾਈਡਨ ਸਾਹਿਬ ਸਹੁੰ ਚੁੱਕਣਗੇ, ਉਸ ਤੋਂ ਬਾਅਦ ਉਹ ਆਪਣਾ
ਜੋ ਵੀ ਵਿਸਥਾਰ ਕਰਦੇ ਆ ਕਿਹੜੇ ਜਿਹੜੇ ਸੈਨੇਟਰ ਹੈ ਉਹ ਕਿਹੜੇ ਅਹੁਦੇ ਮਿਲਦੇ ਆ, ਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਡੈਮੋਕ੍ਰੇਟ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਅਹੁਦੇ ਜਿਹੜੇ ਮੈਜੋਰਟੀ ਨੂੰ ਮਿਲਦੇ ਨੇ ਜਾਂ ਉਸ ਭਾਈਚਾਰਿਆਂ ਨੂੰ ਮਿਲਦੇ ਨੇ, ਸਿੱਖ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਮਿਲਦੇ ਨੇ, ਜਿਨ੍ਹਾਂ ਨੇ ਰਲ ਕੇ ਇਸ ਚੋਣ ਦੇ ਵਿੱਚ ਬੜਾ ਵੱਡਾ ਹਮਲਾ ਮਾਰਿਆ। ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੈ, ਤੇ ਉਹਨਾਂ ਨੂੰ ਵੀ ਅਸੀਂ ਬਹੁਤ ਵਧਾਈ ਦਿੰਦੇ ਹਾਂ, ਚਾਹੇ ਉਹਨਾਂ ਨੇ ਵੋਟਾਂ ਕਿਸੇ ਨੇ ਡੈਮੋਕ੍ਰੇਟ ਨੂੰ ਪਾਈਆਂ ਜਾਂ ਰਿਪਬਲਿਕਨ ਨੂੰ ਪਾਈਆਂ, ਪਰ ਇਸ ਟਾਈਮ ਅਸੀਂ ਸਾਰੇ ਹੀ ਇੱਕ ਹਾਂ, ਕਿਉਂਕਿ ਜੇ ਅਸੀਂ ਡਿਵਾਈਡ ਨਹੀਂ ਹੋ ਸਕਦੇ। ਵੋਟਾਂ ਪਾਉਣਾ ਆਪਣੀ ਮਰਜ਼ੀ ਹੁੰਦੀ ਹੈ, ਪਰ ਜਦੋਂ ਇੱਕ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਤੇ ਉਹ ਸਾਡਾ ਸਾਰਿਆਂ ਦਾ ਇੱਕ ਹੁੰਦਾ ਹੈ, ਉਹਨੇ ਸਾਰਿਆਂ ਵਾਸਤੇ ਰੂਲ ਇੱਕ ਕਰਨੇ ਹਨ। ਸੋ ਅਸੀਂ ਇਹ ਆਸ ਰੱਖਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੇ ਫਿਰ ਜਦੋਂ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਤੁਹਾਡੀ ਲੋੜ ਪਏਗੀ ਅਸੀਂ ਫਿਰ ਤੁਹਾਨੂੰ ਦੁਬਾਰਾ ਹਾਕ ਮਾਰਾਂਗੇ, ਫਿਰ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ ਕਿ ਤੁਸੀਂ ਕਿਹੜੇ ਮਸਲੇ ਅੱਗੇ ਲੈ ਕੇ ਗਏ ਆ। ਤੇ ਹੁਣ ਤੱਕ ਲਈ ਤੁਹਾਡੇ ਕੋਲ ਹੁਣ ਇਜਾਜ਼ਤ ਲੈਂਦੇ ਹਾਂ। ਤੁਹਾਡੇ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਤੇ ਤੁਹਾਨੂੰ ਫਿਰ ਬਹੁਤ ਮੁਬਾਰਕਾਂ, ਵਧਾਈ ਡੈਮੋਕ੍ਰੇਟ ਦੇ ਜਿੱਤਣ ਤੇ। ਭਾਈ ਬਖਸ਼ੀਸ਼ ਸਿੰਘ ਜੀ, ਤੇ ਤੁਹਾਨੂੰ ਵੀ ਬਹੁਤ ਮੁਬਾਰਕਾਂ, ਤੇ ਭਾਈ ਸਵਿੰਦਰ ਸਿੰਘ ਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।